ਬੱਚੇ ਤੇ ਮਾਰੇ ਬਾਅਦ 'ਚ ਨੇ ਮੈਨੂੰ ਵੀ 200 ਦੇ ਵਿੱਚ ਵੇਚਿਆ। ਬੰਦੇ ਆਏ ਘਰ ਵੀ ਆਪਾਂ ਤੇਰੇ ਘਰ ਵਾਲੇ ਨੇ ਸਾਡੇ ਕੋਲ 200 ਰੁਪਈਆ ਲਿਆ, ਆਪਾਂ ਤੇ ਨਾ ਰਾਤ ਕੱਟਣੀ ਚਾਹੁੰਦੇ ਹਾਂ। ਅੱਜ ਇਹ ਚੀਜ਼ ਨੂੰ ਲੋਕੀ ਕਹਿ ਦਿੰਦੇ ਹਾਂ ਇਹ ਕਿੱਦਾਂ, ਪਰ ਜਦੋਂ ਜਿਹਦੇ ਤੇ ਬੀਤਦੀ ਹੈ ਨਾ ਪਤਾ ਤੇ ਉਹਨੂੰ ਹੁੰਦਾ। ਜਦੋਂ ਮੈਂ ਇੱਦਾਂ ਆਉਂਦੀ ਹਾਂ ਨਾ, ਇੱਕ ਹਿਸਾਬ ਦੇ ਤੁਸੀਂ ਮੇਰੇ ਸਹੁਰੇ ਪੇਕੇ ਆ, ਜਦੋਂ ਮੈਂ ਇੱਕ 200 ਬੋਲਣੀ ਆ ਨਾ ਫਿਰ ਮੇਰਾ ਅੰਦਰ ਵਰੁੰਦਿਆ ਜਾਂਦਾ ਇਸ ਚੀਜ਼ ਨੂੰ, ਹੈ ਨਾ, ਕਿ ਮੇਰੇ ਨਾਲ ਇੰਨਾ ਕੁਝ ਪਿੱਛੇ ਹੋਇਆ। ਅੱਜ ਲੋਕੀ ਕਹਿੰਦੇ ਮਨਜੀਤ ਤੇਰਾ ਤੇ ਟੌਰ ਆ, ਪਰ ਮੇਰੇ ਅੰਦਰ ਕੀ ਆ, ਮੇਰਾ ਅੰਦਰ ਨਹੀਂ ਕਦੀ ਕਿਸੇ ਨੇ ਬੋਲਿਆ। ਮੈਂ ਅੱਜ ਤੱਕ ਉਸ ਬੰਦੇ ਦਾ ਸੁੱਖ ਨਹੀਂ, ਲੋਕੀ ਦੋ ਜੀਆਂ ਦਾ ਸੁੱਖ ਹੁੰਦਾ ਆ, ਦੁੱਖ ਹੁੰਦਾ ਆ, ਸੁੱਖ ਹੁੰਦਾ ਦੋ ਜੀਆਂ ਦਾ, ਹੈ ਨਾ। ਮੈਂ ਅੱਜ ਤੱਕ ਇੰਨੀ ਉਮਰ ਲੰਘ ਗਈ ਆ ਮੇਰੀ, ਮੈਨੂੰ ਨਹੀਂ ਪਤਾ ਦੋ ਜੀਆਂ ਦਾ ਵਿੱਚ ਗੱਲ ਕੀ ਹੁੰਦੀ ਆ। ਉਸ ਬੰਦਾ ਇੰਨਾ ਹਫਸ਼ੀ ਹੁੰਦਾ ਸੀ, ਉਹ ਬੰਦਾ, ਉਹਨੂੰ ਆਪਣੀ ਹਫਸ਼ ਨਾਲ ਆਪਣੇ ਨਸ਼ੇ ਨਾਲ ਬਸ ਐਸੀ ਉਹ ਦੋ ਚੀਜ਼ਾਂ ਉਹਦੇ ਕੋਲ ਹੁੰਦੀਆਂ ਸੀ। ਉਹਨੂੰ ਇੱਕੋ ਚੀਜ਼ ਨਾਲ ਤੁਹਾਨੂੰ ਦੱਸਿਆ, ਹਵਸ਼ ਅਤੇ ਨਸ਼ਾ। ਮੇਰੀ ਜਵਾਨੀ ਸਾਰੀ ਇੱਦਾਂ ਹੀ ਲੰਘੀ। ਮੇਰਾ ਪਹਿਲਾਂ ਬਚਪਨ ਸੀ, ਮੇਰੀ ਜਵਾਨੀ ਹੁਣ ਮੈਂ ਅੱਜ ਇੱਕ ਹਿਸਾਬ ਦੀ ਮੈਂ ਬੜਾ ਪਿੱਛਾ, ਹੈ ਨਾ। ਪਰ ਮੈਨੂੰ ਉਸ ਇਨਸਾਨ ਦਾ ਕਿ ਮੈਨੂੰ ਸੁੱਖ ਨਹੀਂ ਆਇਆ ਨਾ। ਮੈਨੂੰ ਜਦੋਂ ਮਾਂ ਮਰ ਗਈ ਮੈਨੂੰ ਪੇਕਿਆਂ ਦਾ ਪਿਆਰ ਮਿਲਿਆ, ਹੈ ਨਾ ਮੈਨੂੰ ਸਹੁਰਿਆਂ ਵੱਲੋਂ ਮਿਲਿਆ, ਨਾ ਉਸ ਇਨਸਾਨ ਦਾ ਮਿਲਿਆ। ਬਚਪਨ ਸੀ, ਇੱਕੋ ਚੀਜ਼ ਸੀ ਕਿ ਜਿਹੜੇ ਬੰਦੇ ਦੇ ਲੜ ਲੱਗੀ ਇੱਥੇ ਹੀ ਰਹਿਣਾ ਸਾਰੀ ਉਮਰ, ਹੈ ਨਾ। ਐਡਾ ਲੰਮਾ ਘੁੰਡ ਕੱਢ ਕੇ ਵਿਆਹ ਤਾਂ ਸੀ ਤੇ ਇਹੀ ਗੱਲ ਕਹਿਤੀ ਸੀ ਕਿ ਜਿੱਥੇ ਵਿਆਹੀ ਚੱਲੀ ਇੱਥੋਂ ਮਰ ਕੇ ਹੀ ਆਉਣਾ, ਜਿੰਦੀ ਨੇ ਨਹੀਂ ਆਉਣਾ ਵਾਪਸ। ਜਿਗਰ ਦਾ ਟੁਕੜਾ ਜਦੋਂ ਕੋਈ ਨਾ ਹੋਵੇ ਸੁਣਨ ਵਾਲਾ ਤੇ ਪੁੱਛਣ ਵਾਲਾ, ਹੈ ਨਾ। ਜਦੋਂ ਉਹਨੇ ਆਪਣੀ ਪਹਿਲੀ ਕੁੜੀ ਮਾਰੀ ਸੀ, 1.5 ਮਹੀਨੇ ਦੀ ਸੀ, ਚੁੱਕ ਕੇ ਮਾਰੀ ਸੀ। ਇੱਕ 50 ਰੁਪਈਆ ਪਿੱਛੇ। ਕੀ ਵਜ੍ਹਾ ਸੀ? ਇੱਕ 50 ਰੁਪਈਏ, ਮਤਲਬ ਕਿ ਕਿਸੇ ਨੇ ਜਿੱਦਾਂ ਸ਼ਗਨ ਪਾਇਆ ਸੀ ਬੱਚੇ ਨੂੰ, ਉਹਨੇ ਮੇਰੇ ਤੋਂ ਮੰਗੇ ਸੀ ਕਿ 50 ਰੁਪਏ ਮਿਲਦੇ ਤੇ ਮੈਂ ਕਿਹਾ ਵੀ ਮੈਨੂੰ ਖਰਚਾ ਤੇ ਤੂੰ ਦਿੰਦਾ ਨਹੀਂ, ਵੀ ਸ਼ਰਾਬ ਪੀਣਾ, ਹੈ ਨਾ, ਤੇ ਮੈਨੂੰ ਦਿੱਤੇ ਨਹੀਂ ਸੀ। ਉਹਨੇ ਇੱਦਾਂ ਹੀ ਉਹ ਲਪੇਟੀ ਤੌਲੀਏ ਦੇ ਵਿੱਚ ਸੀ, ਉਹਨੇ ਚੱਕ ਕੇ ਥੱਲੇ ਮਾਰੀ, ਕੁੜੀ ਮਰ ਗਈ ਸੀ। ਮੇਰੇ ਘਰਦਿਆਂ ਨੇ ਵੀ ਕਹਿਣਾ ਵੀ ਉਹਦੀ ਸੀ, ਮਰ ਗਈ ਤੇ ਫਿਰ ਕੀ ਹੋਇਆ। ਇਹਨਾਂ ਨੇ ਵੀ ਕਹਿਣਾ ਕਿਹੜਾ ਪਿੱਛੋਂ ਲੈ ਕੇ ਆਈ ਸੀ, ਸਾਡੀ ਹੋਈ ਸੀ, ਮਰ ਗਈ ਤੇ ਫਿਰ ਕੀ ਹੋਇਆ। ਮਾਰੀ ਤੇ ਉਹਨੇ ਆਪਣੀ ਮਾਰੀ ਆ, ਕਿਹੜਾ ਤੇਰੀ ਮਾਰੀ ਆ। ਗੱਡੀ ਭਜਾਉਣ ਦੀ ਗੱਲ ਕਰ ਲਓ ਕਿ ਡੈਡ ਬੋਡੀ ਲੈ ਕੇ ਜਾਣ ਡਈ ਸੀ, ਨਾਲ ਪੁਲਿਸ ਵਾਲੇ ਬੈਠੇ ਤੇ ਉਹਨਾਂ ਨੂੰ ਕਾਹਲੀ ਸੀ, ਜਾਣਾ ਦੂਰ ਸੀ ਉਹਨਾਂ ਨੇ, ਤੇ ਘਰ ਦੇ ਕਹਿੰਦੇ ਥੋੜਾ ਜਲਦੀ ਕਰ ਲਓ। ਪੁਲਿਸ ਵਾਲੇ ਨੇ ਮਿਹਣਾ ਜਿਹਾ ਮਾਰਿਆ, ਕਹਿੰਦਾ ਜਨਾਨੀਆਂ ਦੇ ਵੱਸ ਨਹੀਂ। ਉਹ ਵਿਚਾਰੀ ਦਾ ਪਤਾ ਨਹੀਂ ਕਿੰਨਾ ਕੁ ਮਜਬੂਰੀ ਆ ਜਿਹੜੀ ਗੱਡੀ ਚਲਾਉਣ ਡਈ ਹੈ, ਮਤਲਬ ਕਿ ਵਿਚਾਰੀ ਇੱਕ ਜਦੋਂ ਬੰਦਾ ਕਹਿੰਦਾ ਨਾ ਤਾਂ ਬੰਦੇ ਦਾ ਦਿਲ ਵਰੁੰਦਿਆ ਜਾਂਦਾ ਕਿ ਇੰਨੀ ਵਿਚਾਰੀ ਆ ਇਹ, ਦੱਸੋ ਵੀ ਇਹ ਕੰਮ ਨਹੀਂ ਕਿਉਂ ਨਹੀਂ ਆ ਜਨਾਨੀ ਕੰਮ ਕਰ ਸਕਦੀ। ਜਨਾਨੀ ਦੇ ਵੀ 2 ਹੱਥ ਆ, 2 ਪੈਰ ਆ, ਦਿਮਾਗ ਆ, ਸਾਰਾ ਕੁਛ ਹੈ ਨਾ, ਸੇਮ ਬੰਦੇ ਵਾਂਗੂ ਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਭਾਅ ਜੀ, ਵੀ ਤੁਸੀਂ ਕਿੰਨੇ ਟਾਈਮ 'ਚ ਪਹੁੰਚਣਾ। ਕਹਿੰਦਾ ਆਪਾਂ ਇੰਨੇ। ਮੈਂ ਕਿਹਾ ਕੋਈ ਗੱਲ ਨਹੀਂ ਭਾਅ ਜੀ। ਮੈਂ ਕਹਿੰਦੀ ਉਹ ਬੰਦੇ ਦਾ ਵੀ ਭਲਾ ਹੋਵੇ ਜਿਹਨੇ ਇੰਨੀ ਗੱਲ ਕਹੀ ਕਿ ਜਨਾਨੀਆਂ ਵਿਚਾਰੀਆਂ। ਮੈਂ ਉਸ ਤੋਂ ਬਾਅਦ ਮੈਂ ਪਿੱਛਾ ਭੌਂਕ ਨਹੀਂ ਦੇਖਿਆ ਕਿ ਗੱਡੀ ਕਿੱਦਾਂ ਚਲਾਉਣੀ ਹੈ। ਮੈਂ ਇਹੀ ਸੋਚਿਆ ਕਿ ਇਹਨੂੰ ਟਾਈਮ ਤੋਂ ਪਹਿਲਾਂ ਬਚਾਵਾਂਗੀ ਤਾਂ ਕਿ ਇਸ ਬੰਦੇ ਨੂੰ ਇਹ ਪਤਾ ਲੱਗੇ ਕਿ ਜਨਾਨੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼। ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਦੋਸਤੋ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿੰਦੇ ਹਾਂ, ਭਾਵੇਂ ਚੰਗੀਆਂ ਭਾਵੇਂ ਮਾੜੀਆਂ, ਜਿਸ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਉਹ ਚੀਜ਼ਾਂ ਲੈ ਕੇ ਆਉਂਦੇ ਹਾਂ, ਜੋ ਤੁਹਾਨੂੰ ਕਹਿ ਸਕਦੇ ਹਾਂ ਮੋਟੀਵੇਟ ਕਰ ਦੇਵੇ ਜਾਂ ਫਿਰ ਕੁਝ ਅਲੱਗ ਦਿਖੇ ਕਿ ਉਹ ਚੀਜ਼ ਵਾਹ ਬਈ ਆਹ ਚੀਜ਼ ਅਲੱਗ ਆਈ ਆ। ਇੱਦਾਂ ਦੀਆਂ ਕਾਫੀ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੇ ਹਾਂ ਅਤੇ ਅੱਜ ਵੀ ਇੱਕ ਐਸੇ ਹੀ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ। ਉਸ ਤੋਂ ਪਹਿਲਾਂ ਕਹਾਂਗੀ ਕਿ ਸੜਕਾਂ ਉੱਤੇ ਆਪਾਂ ਗੱਡੀਆਂ ਚੱਲਦੀਆਂ ਵੇਖੀਆਂ ਨੇ। ਜੇ ਆਪਾਂ ਗੱਲ ਕਰੀਏ ਹਵਾਈ ਜਹਾਜ਼ ਦੀ, ਆਸਮਾਨ ਵਿੱਚ ਉੱਡਦਾ, ਪਰ ਇੱਕ ਐਸੀ ਚੀਜ਼ ਹੈ ਜੋ ਰੋਡ ਦੇ ਉੱਤੇ ਵੀ ਕਹਿ ਸਕਦੇ ਹਾਂ ਕਿ ਹਵਾਈ ਜਹਾਜ਼ ਵਾਂਗ ਉੱਡਦੀ ਹੈ, ਉਹ ਹੈ ਐਂਬੂਲੈਂਸ। ਜੀ ਹਾਂ, ਠੀਕ ਸੁਣਿਆ ਤੁਸੀਂ। ਐਂਬੂਲੈਂਸ ਜਿਹੜੀ ਆ ਉਹ ਇੱਕ ਐਸੀ ਗੱਡੀ ਆ ਜੋ ਸੜਕ ਉੱਤੇ ਵੀ ਹਵਾਈ ਜਹਾਜ਼ ਵਾਂਗ ਉੱਡਦੀ ਹੈ। ਤੇ ਜੇ ਗੱਲ ਕਰੀਏ ਐਂਬੂਲੈਂਸ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਕਿ ਜਿਹੜੇ ਐਂਬੂਲੈਂਸ ਚਲਾਉਂਦੇ ਨੇ ਡਰਾਈਵਰ ਜਿਹੜੇ ਹੁੰਦੇ ਨੇ ਮਰਦ ਹੁੰਦੇ ਨੇ, ਪਰ ਇੱਕ ਐਸੀ ਮਹਿਲਾ, ਭਾਰਤ ਦੀ ਪਹਿਲੀ ਮਹਿਲਾ ਹੈ ਉਹ ਜੋ ਐਂਬੂਲੈਂਸ ਚਲਾ ਰਹੀ ਹੈ। ਇਹ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵਧੀਆ ਗੱਲ ਹੈ, ਕਹਿ ਸਕਦੇ ਹਾਂ ਸਰਾਹਣ ਵਾਲੀ ਗੱਲ ਹੈ। ਉਹਨਾਂ ਨੂੰ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਆਪਾਂ ਸਰਾਹ ਸਕਦੇ ਹਾਂ ਕਿ ਬਹੁਤ ਚੰਗੀ ਗੱਲ ਹੈ। ਪਰ ਇਹਦੇ ਪਿੱਛੇ ਕਾਰਨ ਕੀ ਹੈ, ਕੀ ਵਜ੍ਹਾ ਹੈ ਕਿ ਉਸ ਮਹਿਲਾ ਨੂੰ ਐਸਾ ਕਦਮ ਚੁੱਕਣਾ ਪਿਆ ਜੋ ਪੂਰੇ ਭਾਰਤ ਵਿੱਚ ਕਿਸੇ ਮਹਿਲਾ ਨੇ ਨਹੀਂ ਚੱਕਿਆ। ਅਤੇ ਉਹ ਔਰਤ ਨੇ ਸੋਚਿਆ ਕਿ ਆਹ ਚੀਜ਼ ਮੈਂ ਕਰਾਂਗੀ, ਅਤੇ ਉਹ ਪਹਿਲੀ ਮਹਿਲਾ ਭਾਰਤ ਦੀ। ਇਹਦੇ ਪਿੱਛੇ ਕੁਝ ਨਾ ਕੁਝ ਠੋਸ ਵਜ੍ਹਾ ਹੋਏਗੀ ਜੋ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਐਸੀ ਕੀ ਵਜ੍ਹਾ ਹੋਗੀ। ਬਹੁਤ ਸਾਰੇ ਦੁੱਖ ਦੇਖਿਆ ਆਪਾਂ ਦੁਨੀਆ 'ਤੇ ਕਿ ਐਸਾ ਕਿਹੜਾ ਸ਼ੌਂਕ ਹੈ ਜਾਂ ਫਿਰ ਕਿਹੜਾ ਦੁੱਖ ਹੈ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ। ਮੁਲਾਕਾਤ ਕਰਵਾਉਂਦੇ ਤੁਹਾਡੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਦੀ? ਹਾਂਜੀ ਵਧੀਆ ਜੀ। ਮਨਦੀਪ ਜੀ ਨੇ ਜੀ, ਇਹਨਾਂ ਨਾਲ ਤੁਹਾਨੂੰ ਦੱਸਦਾ, ਮਨਦੀਪ ਜੀ ਬਹੁਤ ਬਹਾਦਰ ਨੇ।
ਇਹੀ ਮਹਿਲਾ ਨੇ ਜਿਨ੍ਹਾਂ ਦੀ ਮੈਂ ਗੱਲਬਾਤ ਕਰ ਰਹੀ ਸੀਗੀ। ਮੈਂ ਪੁੱਛਣਾ ਚਾਹਾਂਗੀ, ਤੁਸੀਂ ਐਂਬੂਲੈਂਸ ਚਲਾਉਂਦੇ ਹੋ, ਕੀ ਸੋਚ ਕੇ ਫੈਸਲਾ ਲਿਆ ਕਿ ਮੈਂ ਐਂਬੂਲੈਂਸ ਚਲਾਉਣੀ ਆ? ਸੋਚ ਕੇ ਇੱਕ ਇਹ ਸੀ ਕਿ ਇੱਕ ਅਲੱਗ ਹੀ ਕੰਮ ਕਰੀਏ ਤਾਂ ਵਧੀਆ ਆ, ਕਿਉਂਕਿ ਹਰ ਫੀਲਡ ਦੇ ਵਿੱਚ ਹਰ ਕੋਈ ਹੈਗਾ। ਇੱਕ ਮੈਂ ਪੜ੍ਹੀ ਲਿਖੀ ਨਹੀਂ ਸੀ ਹੈਗੀ, ਦੂਜਾ ਮੇਰੇ ਨਾਲ ਕੋਈ ਸਪੋਰਟ ਨਹੀਂ ਸੀ ਹੈਗੀ। ਕੋਈ ਵੀ ਕੰਮ ਕਰਾਂਗੀ ਉਹਦੇ ਵਿੱਚ ਕਿਸੇ ਨਾ ਕਿਸੇ ਸਪੋਰਟ ਦੀ ਜ਼ਰੂਰ ਹੁੰਦੀ ਹੈ। ਪਰ ਮੈਂ ਕਹਿੰਦੀ ਸੀ ਵੀ ਮੈਨੂੰ ਸਪੋਰਟ ਨਾ ਘਰੋਂ ਮਿਲੀ ਹੈ ਨਾ ਬਾਹਰੋਂ ਮਿਲੀ ਹੈ, ਤੇ ਮੈਂ ਇਦਾਂ ਦੀ ਇਹੀ ਕੰਮ ਕਰਨਾ ਹੈ ਕਿ ਜਿਹਦੇ 'ਚ ਮੈਨੂੰ ਕਿਸੇ ਦੀ ਲੋੜ ਹੀ ਨਾ ਪਵੇ। ਪਰ ਜੇ ਗੱਲ ਕਰੀਏ ਕਿ ਕੁੜੀਆਂ ਨੂੰ ਨਾ ਬਹੁਤ ਕੱਚਾ ਸਮਝਿਆ ਜਾਂਦਾ ਡਰਾਈਵਰੀ ਦੇ ਮਾਮਲੇ 'ਚ ਕਿ ਤੁਸੀਂ ਨਹੀਂ ਕਰ ਸਕਦੇ, ਬਹੁਤ ਮਜ਼ਾਕ ਉਡਾਇਆ ਜਾਂਦਾ, ਜਿਹਨੂੰ ਮੈਂ ਕਹਾਂ ਸਿੱਧੇ ਤੌਰ ਤੇ ਇੱਕ ਤੁਸੀਂ ਮਹਿਲਾ ਹੋ ਕੇ ਐਂਬੂਲੈਂਸ ਚਲਾਉਂਦੇ ਹੋ, ਜੋ ਕਿ ਤੁਹਾਨੂੰ ਵੀ ਪਤਾ ਕਿ ਭਜਾਣੀ ਹੁੰਦੀ ਹੈ ਫਟਾਫਟ, ਯਾਨੀ ਆਪਾਂ ਨੂੰ ਐਮਰਜੈਂਸੀ ਜਦੋਂ ਜ਼ਰੂਰਤ ਪੈਂਦੀ ਤਦ ਆਪਾਂ ਐਂਬੂਲੈਂਸ ਦਾ ਯੂਜ਼ ਕਰਦੇ ਹਾਂ। ਤਾਂ ਤੁਸੀਂ ਇਹ ਸਿੱਖੀ ਸੀ ਡਰਾਈਵਰੀ? ਪਹਿਲਾਂ ਮੈਨੂੰ ਸ਼ੌਂਕ ਸੀ, ਜਿੱਦਾਂ ਅੱਜ ਮੇਰੀ ਮਜਬੂਰੀ ਆ। ਪਹਿਲਾਂ ਸ਼ੌਂਕ ਸੀ, ਜਿੱਦਾਂ ਸਾਈਕਲ ਚਲਾ ਲਓ, ਟਰੈਕਟਰ ਚਲਾ ਲਓ, ਘਰ ਦੇ ਵਿੱਚ ਛੋਟੇ ਹੁੰਦੇ ਬੱਚੇ ਜਿੱਦਾਂ ਸਿੱਖਦੇ ਆ। ਚਲੋ ਜਦੋਂ ਮੈਂ ਛੋਟੀ ਉਮਰ ਦੇ ਵਿੱਚ ਹੀ ਚਲੋ ਇੱਧਰਲੇ ਕੰਮਾਂ ਦੇ ਵਿੱਚ ਆ ਗਏ, ਫਿਰ ਸਿਰ 'ਤੇ ਜ਼ਿੰਮੇਵਾਰੀਆਂ ਪੈ ਗਈਆਂ। ਜ਼ਿੰਮੇਵਾਰੀਆਂ ਨੂੰ ਕਿੱਦਾਂ ਅਗਾਂਹ ਤੋਰਨਾ ਨਾ, ਫਿਰ ਇਹ ਸੋਚਿਆ ਸੀ ਵੀ ਸਾਰੇ ਕੰਮ ਤੇ ਦੁਨੀਆ ਕਰਦੀ ਆ, ਮੈਂ ਇੱਕ ਹੀ ਅਲੱਗ ਹੀ ਕੰਮ ਕਰਾਂਗੀ। ਫਿਰ ਅਲੱਗ ਇੱਕ ਹੀ ਇਹੀ ਮੈਨੂੰ ਲੱਭਾ ਸੀ ਕਿ ਜਿਹੜਾ ਮੈਂ ਇਹੀ ਸ਼ੁਰੂ ਕਰਨਾ ਹੈ। ਪਹਿਲੇ ਦਿਨ ਜਿਸ ਤਰ੍ਹਾਂ ਇੱਕ ਵਾਰੀ ਮੈਂ ਇੱਦਾਂ ਗੱਡੀ ਭਜਾਉਣ ਦੀ ਗੱਲ ਕਰ ਲਓ ਕਿ ਡੈਡ ਬੋਡੀ ਲੈ ਕੇ ਜਾਣ ਡਈ ਸੀ, ਨਾਲ ਪੁਲਿਸ ਵਾਲੇ ਬੈਠੇ ਤੇ ਉਹਨਾਂ ਨੂੰ ਕਾਹਲੀ ਸੀ, ਜਾਣਾ ਦੂਰ ਸੀ ਉਹਨਾਂ ਨੇ, ਤੇ ਘਰ ਦੇ ਕਹਿੰਦੇ ਥੋੜਾ ਜਲਦੀ ਕਰ ਲਓ। ਪੁਲਿਸ ਵਾਲੇ ਨੇ ਮਿਹਣਾ ਜਿਹਾ ਮਾਰਿਆ, ਕਹਿੰਦਾ ਜਨਾਨੀਆਂ ਦੇ ਵੱਸ ਨਹੀਂ। ਉਹ ਵਿਚਾਰੀ ਦਾ ਪਤਾ ਨਹੀਂ ਕਿੰਨਾ ਕੁ ਮਜਬੂਰੀ ਆ ਜਿਹੜੀ ਗੱਡੀ ਚਲਾਉਣ ਡਈ ਹੈ। ਮਤਲਬ ਕਿ ਵਿਚਾਰੀ ਇੱਕ ਜਦੋਂ ਬੰਦਾ ਕਹਿੰਦਾ ਨਾ ਤਾਂ ਬੰਦੇ ਦਾ ਦਿਲ ਵਰੁੰਦਿਆ ਜਾਂਦਾ ਕਿ ਇੰਨੀ ਵਿਚਾਰੀ ਆ, ਇਹ ਦੱਸੋ ਵੀ ਇਹ ਕੰਮ ਨਹੀਂ ਕਿਉਂ ਨਹੀਂ ਆ ਜਨਾਨੀ ਕੰਮ ਕਰ ਸਕਦੀ? ਜਨਾਨੀ ਦੇ ਵੀ 2 ਹੱਥ ਆ, 2 ਪੈਰ ਆ, ਦਿਮਾਗ ਆ, ਸਾਰਾ ਕੁਛ ਹੈ ਨਾ, ਸੇਮ ਬੰਦੇ ਵਾਂਗੂ ਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਭਾਜੀ, ਵੀ ਤੁਸੀਂ ਕਿੰਨੇ ਟਾਈਮ 'ਚ ਪਹੁੰਚਣਾ? ਕਹਿੰਦਾ ਆਪਾਂ ਇੰਨੇ। ਮੈਂ ਕਿਹਾ ਕੋਈ ਗੱਲ ਨਹੀਂ ਭਾਜੀ। ਮੈਂ ਕਹਿੰਦੀ ਉਹ ਬੰਦੇ ਦਾ ਵੀ ਭਲਾ ਹੋਵੇ ਜਿਹਨੇ ਇੰਨੀ ਗੱਲ ਕਹੀ ਕਿ ਜਨਾਨੀਆਂ ਵਿਚਾਰੀਆਂ। ਮੈਂ ਉਸ ਤੋਂ ਬਾਅਦ ਮੈਂ ਪਿੱਛਾ ਭੌਂਕ ਨਹੀਂ ਦੇਖਿਆ ਕਿ ਗੱਡੀ ਕਿੱਦਾਂ ਚਲਾਉਣੀ ਹੈ। ਮੈਂ ਇਹੀ ਸੋਚਿਆ ਕਿ ਇਹਨੂੰ ਟਾਈਮ ਤੋਂ ਪਹਿਲਾਂ ਬਚਾਵਾਂਗੀ ਤਾਂ ਕਿ ਇਸ ਬੰਦੇ ਨੂੰ ਇਹ ਪਤਾ ਲੱਗੇ ਕਿ ਜਨਾਨੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ। ਸਾਡਾ ਸਮਾਜ ਹੀ ਹੈ ਜਨਾਨੀਆਂ ਨੂੰ ਥੱਲੇ ਲਾਈ ਜਾਂਦਾ, ਅਦਰਵਾਈਜ਼ ਜਨਾਨੀਆਂ ਥੱਲੇ ਨਹੀਂ ਲੱਗਣ ਵਾਲੀਆਂ। ਪਰ ਆਪਣੇ ਬਲਬੂਤੇ ਤੇ ਅੱਗੇ ਨਿਕਲ ਜਾਓ ਤਾਂ ਨਿਕਲ ਜਾਂਦੇ ਹੋ ਤੁਸੀਂ। ਤੁਸੀਂ ਹੁਣੇ ਗੱਲ ਕਰਦੇ ਹੋਏ ਕਿਹਾ ਕਿ ਪਹਿਲਾਂ ਸ਼ੌਂਕ ਸੀ, ਹੁਣ ਮਜਬੂਰੀ ਬਣ ਗਈ ਹੈ। ਐਸੀ ਕੀ ਵਜ੍ਹਾ ਸੀਗੀ? ਵਜ੍ਹਾ ਸੀ ਘਰ ਵਾਲਾ ਸ਼ਰਾਬੀ ਹੋਣ ਕਰਕੇ ਸਾਰਾ ਕੁਝ ਉਹਨੇ ਜਿੱਦਾਂ ਵੇਚ ਛੱਡਿਆ, ਜੋ ਵੀ ਸੀ ਜ਼ਮੀਨ ਜਾਇਦਾਦ ਵੀ ਵੇਚੀ, ਮਾਲ ਡੰਗਰ ਵੀ ਵੇਚਿਆ, ਮਨਜੀਤ ਨੂੰ ਵੀ ਵੇਚਤਾ, ਬੱਚੇ ਵੀ ਜਿੱਦਾਂ ਉਹਨੇ ਮਾਰਤੇ 2। ਤੇ ਉਸ ਤੋਂ ਬਾਅਦ ਫਿਰ ਇੱਕ ਲਾ ਲਓ ਵੀ ਜ਼ਿੰਦਗੀ ਜਿਹੜੀ ਹੈ ਡਾਵਾਂਡੋਲ ਜੀ ਹੋ ਗਈ ਸੀ। ਇੱਕ ਬੱਚੇ ਤਾਂ ਕਹਿ ਸਕਦੇ ਜਿਗਰ ਦਾ ਟੁਕੜਾ ਹੁੰਦੇ ਆ, ਉਹ ਚੀਜ਼ ਕਿੱਦਾਂ ਤੁਸੀਂ ਕਿੱਦਾਂ ਸਹਿ ਲਈ ਕਿ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਹੋ ਰਿਹਾ? ਜਿਗਰ ਦਾ ਟੁਕੜਾ ਜਦੋਂ ਕੋਈ ਨਾ ਹੋਵੇ ਸੁਣਨ ਵਾਲਾ ਤੇ ਪੁੱਛਣ ਵਾਲਾ, ਹੈ ਨਾ। ਜਦੋਂ ਉਹਨੇ ਆਪਣੀ ਪਹਿਲੀ ਕੁੜੀ ਮਾਰੀ ਸੀ, 1.5 ਮਹੀਨੇ ਦੀ ਸੀ, ਚੁੱਕ ਕੇ ਮਾਰੀ ਸੀ ਇੱਕ 50 ਰੁਪਈਆਂ ਪਿੱਛੇ। ਕੀ ਵਜ੍ਹਾ ਸੀ? ਇੱਕ 50 ਰੁਪਈਏ, ਮਤਲਬ ਕਿ ਕਿਸੇ ਨੇ ਜਿੱਦਾਂ ਸ਼ਗਨ ਪਾਇਆ ਸੀ ਬੱਚੇ ਨੂੰ, ਉਹਨੇ ਮੇਰੇ ਤੋਂ ਮੰਗੇ ਸੀ ਕਿ 50 ਰੁਪਏ ਮਹੀਨੇ ਦੇ। ਮੈਂ ਕਿਹਾ ਵੀ ਮੈਨੂੰ ਖਰਚਾ ਤੇ ਤੂੰ ਦਿੰਦਾ ਨਹੀਂ, ਵੀ ਸ਼ਰਾਬ ਪੀਣਾ ਹੈ ਨਾ, ਤੇ ਮੈਨੂੰ ਦਿੱਤੇ ਨਹੀਂ ਸੀ। ਉਹਨੇ ਇਦਾਂ ਹੀ ਉਹ ਲਪੇਟੀ ਤੌਲੀਏ ਦੇ ਵਿੱਚ ਸੀ, ਉਹਨੇ ਚੱਕ ਕੇ ਥੱਲੇ ਮਾਰੀ, ਕੁੜੀ ਮਰ ਗਈ ਸੀ। ਉਸ ਤੋਂ ਬਾਅਦ ਫਿਰ ਦੂਜੀ ਬੇਟੀ ਹੋਣ ਵਾਲੀ ਸੀ, 7ਵੇਂ ਮਹੀਨੇ ਦੇ ਵਿੱਚ ਉਹਨੂੰ ਪਤਾ ਲੱਗਾ ਕਿ ਕੁੜੀ ਆ ਫਿਰ ਹੋਣ ਵਾਲੀ, ਫਿਰ ਉਹਨੇ ਮਾਰਤੀ ਅੰਦਰ ਹੀ, ਕੁੱਟ ਕੇ ਲੱਤਾਂ ਨਾਲ, ਮਤਲਬ ਕਿ ਉਹ ਵੀ ਮਾਰ ਦਿੱਤੀ ਉਹਨੇ। ਬਹੁਤ ਦੁੱਖ ਸਹਾਇਆ ਤੁਸੀਂ ਤਾਂ ਆਪਣੇ ਪਿੰਡੇ ਤੇ ਪਰਿਵਾਰ ਵਾਲਿਆਂ ਨੇ ਕੋਈ ਸਾਥ ਨਹੀਂ ਦਿੱਤਾ? ਪਰਿਵਾਰ ਵਾਲਿਆਂ ਨੇ ਰੋਕਿਆ ਨਹੀਂ ਉਸ ਇਨਸਾਨ ਨੂੰ? ਪਰਿਵਾਰ ਵਾਲੇ ਇਹ ਗੱਲ ਕਹਿੰਦੇ ਸੀ ਕਿ ਮਤਲਬ ਕਿ ਰੋਣਾ ਦੇ ਨਾਲ ਦੇ ਜਿੱਦਾਂ ਬੱਚੇ ਹੋਰ ਵੀ ਆਪਣੇ ਗਲੀ ਦੇ ਵਿੱਚ ਹੋਏ ਪਿਆ ਸੇਮ, ਇੱਕ ਦਿਨ ਇੱਕ ਟਾਈਮ ਦੇ ਜਿੱਦਾਂ ਬੱਚੇ ਨਾ, ਮੈਂ ਉਹਨਾਂ ਨੂੰ ਦੇਖਣਾ, ਮੈਂ ਰੋਣਾ ਕਰਨਾ ਵੀ ਮੇਰੀ ਵੀ ਰੁਪਿੰਦਰ ਇੰਨੇ ਚਿਰ ਦੀ ਹੋਣੀ ਸੀ ਨਾ। ਇੱਦਾਂ ਮੇਰੇ ਘਰਦਿਆਂ ਨੇ ਵੀ ਕਹਿਣਾ ਵੀ ਉਹਦੀ ਸੀ, ਮਰ ਗਈ ਤੇ ਫੇਰ ਕੀ ਹੋਇਆ। ਇਹਨਾਂ ਨੇ ਵੀ ਕਹਿਣਾ ਕਿਹੜਾ ਪਿੱਛੋਂ ਲੈ ਕੇ ਆਈ ਸੀ, ਸਾਡੀ ਹੋਈ ਸੀ, ਮਰ ਗਈ ਤੇ ਫੇਰ ਕੀ ਹੋਇਆ। ਮਾਰੀ ਤੇ ਉਹਨੇ ਆਪਣੀ ਮਾਰੀ ਆ, ਕਿਹੜਾ ਤੇਰੀ ਮਾਰੀ ਆ। ਕਿੰਨੀ ਉਮਰ ਸੀਗੀ ਤੁਹਾਡੀ? ਮੇਰੀ 15 ਸਾਲ ਦੀ ਸੀ ਜਦੋਂ ਮੈਂ ਵਿਆਹੀ ਗਈ ਸੀ। 91 ਦੇ ਵਿੱਚ ਜਦੋਂ ਬੇਟੀ ਹੋਈ ਸੀ ਉਦੋਂ 16 ਸਾਲ ਦੀ ਸੀ, ਫਿਰ ਦੂਜੀ ਹੋਣ ਵਾਲੀ ਫਿਰ ਮੈਂ 17 ਸਾਲ ਦੀ ਸੀ। ਬਹੁਤ ਦੁੱਖ ਸਹਾਇਆ ਤੁਸੀਂ ਤਾਂ। ਇੱਕ ਚਲੋ ਮੈਂ ਆਈ ਸੀ ਤੁਹਾਡੇ ਕੋਲ ਮੁਲਾਕਾਤ ਕਰਨ ਕਿ ਐਂਬੂਲੈਂਸ ਚਲਾਉਂਦੇ ਹੋ, ਬਹੁਤ ਚੰਗੀ ਗੱਲ ਆ, ਦਿਖਾਉਣਾ ਚਾਹੀਦਾ ਲੋਕਾਂ ਨੂੰ, ਪਰ ਇਹਦੇ ਪਿੱਛੇ ਕੁਝ ਪਤਾ ਸੀ ਕਿ ਕੋਈ ਠੋਸ ਕਾਰਨ ਜ਼ਰੂਰ ਹੋਏਗਾ। ਜਦੋਂ ਕੋਈ ਬੰਦਾ ਕਿਸੇ ਵੀ ਲੈਣ ਦੇ ਉੱਤੇ ਜਾਂਦਾ ਹੈ ਨਾ, ਕੋਈ ਵੀ ਕੰਮ, ਚਾਹੇ ਉਹਨੂੰ ਚੰਗਾ ਲੈ ਲਓ, ਚਾਹੇ ਮਾੜਾ ਲੈ ਲਓ, ਚਾਹੇ ਮਿਹਨਤ ਲੈ ਲਓ, ਚਾਹੇ ਮਜਬੂਰੀ ਲੈ ਲਓ, ਹੈ ਨਾ, ਉਹਦੇ ਪਿੱਛੇ ਨਾ ਕੋਈ ਨਾ ਕੋਈ ਕਹਾਣੀ ਹੁੰਦੀ ਆ। ਆਪਾਂ ਲੋਕ ਉਹ ਚੀਜ਼ ਨੂੰ ਸੋਚਦੇ ਜਾਏ ਬੰਦਾ ਬਹੁਤ ਸੁਖੀ ਆ, ਬਹੁਤ ਸੌਖਾ ਆ, ਹੈ ਨਾ, ਪਰ ਆਪਾਂ ਉਹਦੇ ਅੰਦਰ ਨੂੰ ਜਦੋਂ ਫੋਲ ਕੇ ਵੇਖਦੇ ਹਾਂ ਨਾ, ਪਤਾ ਤਾਂ ਫੇਰ ਸਾਨੂੰ ਲੱਗਦਾ ਜਿਹੜਾ ਜ਼ਿਆਦਾ ਦੁਨੀਆ ਦੇ ਵਿੱਚ ਵਰਚਲਤ ਆ ਨਾ ਬੰਦਾ, ਵੀ ਉਹਨੂੰ ਜ਼ਿਆਦਾ ਲੋਕੀ ਦੇਖਦੇ ਆ, ਉਹਦਾ ਸੋਚ ਲਓ ਵੀ ਇਹਦੇ ਪਿੱਛੇ ਨਾ ਕੋਈ ਕਹਾਣੀ ਆ। ਕਹਾਣੀ ਸੌਖੀ ਨਹੀਂ ਹੋਣੀ, ਔਖੀ ਹੋਈ ਹੋਣੀ ਆ, ਤਾਂ ਹੀ ਆ।
ਹੁਣ ਕਿੱਦਾਂ ਰਹਿੰਦੇ ਹੋ ਕੌਣ ਰਹਿੰਦਾ ਤੁਹਾਡੇ ਨਾਲ ਹੁਣ ਮੈਂ ਜਿਸ ਤਰ੍ਹਾਂ ਇਸ ਵੇਲੇ ਤੇ ਘਰ ਦੇ ਵਿੱਚ ਤੇ ਮੈਂ ਇਕੱਲੀ ਰਹਿੰਦੀ ਆ। ਜਿੱਥੇ ਮੈਂ ਕਿਰਾਏ ਤੇ ਰਹਿੰਦੀ ਆ ਉੱਥੇ ਮੈਂ ਇਕੱਲੀ ਹੋ ਰਹਿੰਦੀ ਆ। ਬੇਟਾ ਮੇਰਾ ਜਿਸ ਤਰ੍ਹਾਂ ਬਾਹਰ ਆ, ਡਾਕਟਰ ਸਾਹਿਬ ਨੇ ਭੇਜਤਾ ਸੀ ਦੁਬਈ ਦੇ ਵਿੱਚ। ਤੇ ਹਸਬੰਡ ਨਾਲ ਕਿੱਦਾਂ ਛੱਡ ਛੁਡਾਈਆ? ਉਹਨਾਂ ਦੇ ਨਾਲ ਤਾਂ ਮੈਨੂੰ 8-10 ਸਾਲ ਹੋ ਗਏ ਨੇ, ਮੈਂ ਇਕੱਲੀ ਰਹਿੰਦੀ ਆ, ਮੇਰੇ ਨਾਲ ਨਹੀਂ ਰਹਿੰਦੇ ਤੇ ਮੈਂ ਇਕੱਲੀ ਹੋਈ ਆ। ਇਕੱਲੀ ਵੀ ਕਾਹਦੀ, ਤੁਸੀਂ ਸਾਰੇ ਮੇਰੇ ਨਾਲ ਹੋ। ਡਿਊਟੀ 'ਤੇ ਆਈ ਦੇ ਆ, ਡਿਊਟੀ ਤੋਂ ਆਣ ਕੇ ਘਰ ਫਿਰ ਮੈਂ ਡਰਾਈਵਿੰਗ ਸਕੂਲ ਜਿੱਦਾਂ ਖੋਲ੍ਹਿਆ ਆ, ਫਿਰ ਮੈਂ ਉਹ ਕਰ ਲੈਂਦੀ ਆ। ਹੁਣ ਥੋੜ੍ਹਾ ਮੈਂ ਨਹੀਂ ਹੁੰਦਾ, ਕੁਛ ਉਮਰ ਵੀ ਇਦਾਂ ਦੀ ਹੋ ਗਈ ਆ, ਹੁਣ ਇੰਨਾ ਕੰਮ ਹੁੰਦਾ ਵੀ ਨਹੀਂ ਮੇਰੇ ਤੋਂ। ਪਰ ਇਹ ਆ ਮਜਬੂਰੀ ਕਿ ਮੈਂ ਘਰ ਬਣਾ ਲਾਂ ਆਪਣਾ। ਮੇਰਾ ਘਰ ਨਹੀਂ ਕਿਰਾਏ 'ਤੇ ਜਿੱਦਾਂ ਵੀ ਇਹ ਆ ਹੁਣ ਕਿ ਮੇਰਾ ਘਰ ਬਣ ਜਾਵੇ। ਬੇਟਾ ਕਿੰਨੇ ਸਾਲ ਦਾ? ਬੇਟਾ ਮੇਰਾ 25 ਸਾਲ ਦਾ ਆ ਹੁਣ। ਪਰ ਜਿਸ ਦਿਨ ਬੇਟਾ ਵੀ ਮੇਰਾ ਹੋਇਆ ਸੀ 13ਵੇਂ ਤੇ ਉਹਦੇ ਘਰ ਦੇ ਮੇਰੇ ਇਹਦੇ ਬੱਚੇ ਦੇ ਨਾਨਕੇ ਆਏ ਸੀ ਘਿਓ ਲੈ ਕੇ। ਉਦੋਂ ਵੀ ਮੇਰੇ ਘਰ ਵਾਲੇ ਨੇ ਇਹ ਕਿਹਾ ਕਿ ਮੇਰੇ ਲਈ ਕੜਾ ਨਹੀਂ ਆਇਆ ਜਾਂ ਚੈਨੀ ਨਹੀਂ ਆਈ ਨਾ, ਉਦੋਂ ਵੀ ਇਹਨਾਂ ਨੂੰ ਮਾਰਨਾ ਚਾਹਿਆ। ਮੈਨੂੰ ਸਾਰੀ ਰਾਤ ਲੈ ਕੇ ਬਾਥਰੂਮ 'ਚ ਬੈਠੀ ਰਹੀ ਬੱਚੇ ਨੂੰ ਕਿ ਇਹਨੇ ਪਹਿਲਾਂ 2 ਮਾਰ ਦਿੱਤੀਆਂ ਆ ਵੀ ਇਹ ਤੇ ਹੈ ਨਹੀਂ, ਇਹਦੇ ਮਨ 'ਚ ਰਹਿਮ ਨਹੀਂ ਹੈਗਾ ਤੇ ਇਹਨੇ ਸੱਚੀ ਮਾਰ ਦੇਣਾ ਆ। ਜੇ ਗੱਲ ਕਰੀਏ ਪੇਕੇ ਪਰਿਵਾਰ ਦੀ, ਜੇ ਪਹਿਲਾਂ ਹੀ ਜ਼ੁਲਮ ਇੱਦਾਂ ਦਾ ਹੋਇਆ ਸੀ ਤਾਂ ਪੇਕੇ ਪਰਿਵਾਰ ਨੇ ਤੁਹਾਨੂੰ ਕੁਝ ਸਲਾਹ ਨਹੀਂ ਦਿੱਤੀ ਕਿ ਇੱਥੋਂ ਨਿਕਲ ਜਾਣਾ ਚਾਹੀਦਾ ਜਾਂ ਕੀ ਜ਼ਿੰਦਗੀ ਦੇ ਵਿੱਚ? ਉਹਨਾਂ ਨੇ ਇਹ ਕੁਛ ਬਰਦਾਸ਼ਤ ਕਰ ਲੈਂਦੇ ਤੇ ਫਿਰ ਘਾਟੇ ਹੀ ਕਾਹਦੇ ਸੀ। ਜੇ ਉਹਨਾਂ ਨੂੰ ਤੇ ਆਪਣੀ ਜ਼ਮੀਨ ਨਾਲ ਮਤਲਬ ਸੀ, ਆ ਸਾਡੀ ਜ਼ਮੀਨ ਆ ਇਹਦੇ ਵੀ। ਸਾਡੇ ਡੈਡੀ ਨੇ ਵਸੀਅਤ ਕਰਾਈ ਸੀ ਜਦੋਂ ਵੀ ਮਾਂ ਦੇ ਨਾਂ ਵੀ ਭਰਾਵਾਂ ਦੇ ਨਾਂ ਤੇ ਆਪਣੇ ਮੇਰਾ ਨਾਂ ਵਿੱਚ ਲਿਖ ਦਿੱਤਾ ਕਿ ਮੇਰੀ ਇੱਕ ਕੁੜੀ ਵਿਆਹਣ ਵਾਲੀ ਆ। ਉਹਨਾਂ ਨੂੰ ਸਿਰਫ ਜ਼ਮੀਨ ਨਾਲ ਮਤਲਬ ਸੀ। ਅੱਜ ਦੇ ਸਮੇਂ ਦੇ ਵਿੱਚ ਇਕੱਲੀਆਂ ਜ਼ਮੀਨਾਂ ਹੀ ਆ, ਕੋਈ ਰਿਸ਼ਤਾ ਨਹੀਂ ਹੈਗਾ। ਮੇਰਾ ਰਿਸ਼ਤਾ ਕਰਾਉਣ ਵਾਲੀ ਵੀ ਸਕੀ ਮੇਰੀ ਭੈਣ ਸੀ, ਭਰਜਾਈਆਂ ਮੇਰੀਆਂ ਦੇਖਣ ਵਾਲੀਆਂ ਸੀ। ਅੱਛਾ। ਹੈ ਤੇ ਪਰ ਉਹੀ ਇੱਕੋ ਗੱਲ ਉਹਨਾਂ ਨੇ ਇਹ ਦੇਖਿਆ ਕਿ ਇਹਦੇ ਵਿੱਚ ਹੁਣ ਮੈਂਸ਼ਨ ਕੀਤਾ ਆ ਕਿ ਵਸੀਅਤ, ਅੱਜ ਵੀ ਉਹ ਵਸੀਅਤ ਦੇ ਵਿੱਚ ਲਿਖਿਆ ਸੀ ਕਿ ਮੇਰੀ ਇੱਕ ਕੁੜੀ ਵਿਆਹਣ ਵਾਲੀ ਆ। ਉਹਨਾਂ ਨੇ ਇਹੀ ਸੋਚਿਆ ਵੀ ਇਹਨੂੰ ਹੁਣ ਕੱਢੀਏ ਵਿੱਚੋਂ ਕਿਸੇ ਤਰ੍ਹਾਂ ਵੀ ਸਾਡੀ ਜ਼ਮੀਨ ਨਾ ਚੱਲ ਜਾਏਗੀ। ਫਿਰ ਉਹਨਾਂ ਨੇ ਮੇਰਾ ਵਿਆਹ ਕਰ ਦਿੱਤਾ ਸੀ। ਭੈਣ ਦਾ ਜਿੱਦਾਂ ਤੁਸੀਂ ਕਿਹਾ ਤੁਸੀਂ ਉਸ ਸਮੇਂ ਕੁਆਰੇ ਸੀ, ਭਰਾਵਾਂ ਦਾ ਤਾਂ ਪਿਆਰ ਹੀ ਬੜਾ ਹੁੰਦਾ। ਪਿਆਰ ਸੀ ਪਰ ਜ਼ਮੀਨ ਨੇ ਨਹੀਂ ਰਹਿਣ ਦਿੱਤਾ ਕਿ ਉਹ ਵਿੱਚ ਲਿਖ ਗਿਆ ਨਾ ਮੇਰਾ ਪਿਓ ਮਰਨ ਲੱਗਿਆ ਕਿ ਮੇਰੀ ਇੱਕ ਕੁੜੀ ਕੁਆਰੀ ਆ, ਵਿਆਹਣ ਵਾਲੀ ਆ। ਫਿਰ ਉਹ ਭੈਣ ਨਹੀਂ ਸੀ ਦਿਸਦੀ, ਪੈਲੀ ਦਿਸਦੀ ਸੀ ਉਹਨਾਂ ਨੂੰ ਕਿ ਸਾਡੇ ਨਾਂ ਪੈਲੀ ਲੱਗ ਜੇ, ਕਿ ਇਹ ਸਾਡਾ ਸ਼ਰੀਕ ਨਾ ਬਣ ਜੇ। ਹੈ ਨਾ, ਉਹ ਜ਼ਮੀਨ ਦੇ ਹਿਸਾਬ ਲਾ ਲਓ ਵੀ ਅੱਜ ਇੱਥੇ ਤੱਕ ਮੈਂ ਪਹੁੰਚ ਗਈ ਹਾਂ ਕਿ ਮੇਰੀਆਂ ਗੱਡੀਆਂ ਦੁਬਾਰੇ ਲੈ ਕੇ ਮੇਰੀਆਂ ਵਿਕ ਗਈਆਂ ਨੇ ਗੱਡੀਆਂ, ਪਰ ਮੈਂ ਜ਼ਮੀਨ ਦਾ ਕੇਸ ਵੀ ਹਾਰ ਗਈ। ਮੈਂ ਸਾਰਾ ਕੁਝ ਕਰ ਗਈ। ਮੇਰੇ ਭਰਾਵਾਂ ਨੇ ਮੈਨੂੰ ਬੰਦੇ ਪਵਾਣੇ ਕਰਨੇ, ਮੇਰੇ ਭਰਾਵਾਂ ਨੇ ਲੋਕਾਂ ਨੂੰ ਪੈਸੇ ਦੇ ਕੇ ਮੇਰੇ ਮਗਰ ਭਜਾਣਾ ਕਰਨਾ, ਮੇਰੇ ਭਰਾਵਾਂ ਨੇ ਜਿੱਦਾਂ ਬੇਟੇ ਉੱਤੇ ਵੀ ਪਰਚੇ ਪਵਾਉਣੇ ਸ਼ੁਰੂ ਕਰ ਦਿੱਤੇ। ਮਤਲਬ ਕਿ ਮੇਰਾ ਬੱਚਾ ਵੀ ਮੇਰੇ ਤੋਂ ਦੂਰ ਇੱਕ ਹਿਸਾਬ ਦਾ ਕਰਤਾ ਵੀ ਹੁਣ ਉਹ ਪ੍ਰਦੇਸਾਂ 'ਚ ਆ, ਮੈਂ ਇੱਥੇ ਇਕੱਲੀ ਹਾਂ। ਹੈ ਨਾ, ਸਿਰਫ ਇੱਕ ਮੈਂ ਇਹ ਨਹੀਂ ਕਹਿੰਦੀ ਮੇਰੇ ਸਹੁਰੇ ਗਲਤ ਆ, ਮੈਂ ਇਹ ਨਹੀਂ ਕਹਿੰਦੀ ਮੇਰਾ ਘਰ ਵਾਲਾ ਗਲਤ ਆ। ਗਲਤ ਮੇਰੇ ਭਰਾ ਸੀ, ਗਲਤ ਮੇਰੀ ਭੈਣ ਸੀ ਜਿਹਨੇ ਮੈਨੂੰ ਵਿਆਹਿਆ, ਗਲਤ ਮੇਰੇ ਘਰ ਦੇ ਸੀ ਜਿਨ੍ਹਾਂ ਨੇ ਵਸੀਅਤ ਦੀ ਖਾਤਰ ਮੈਨੂੰ ਖੂਹ ਦੇ ਵਿੱਚ ਡੁੱਬਿਆ। ਪਰ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਤੁਸੀਂ ਕਦੀ ਗੁਹਾਰ ਲਗਾਈ ਉਹਨਾਂ ਨੂੰ? ਤੁਸੀਂ ਦੇਖੋ, ਮੈਂ ਤੁਹਾਨੂੰ ਦੱਸਣ ਨਹੀਂ, ਮੈਂ ਕੇਸ ਲਾਇਆ ਕੋਰਟ ਦੇ ਵਿੱਚ, ਜਦੋਂ ਉੱਥੇ ਹੀ ਨਹੀਂ ਮੇਰੀ ਕੋਈ ਸੁਣਵਾਈ ਹੋਈ। ਜੇ ਮੈਂ ਕਿਤੇ ਪੁਲਿਸ ਵਾਲੇ ਨੂੰ ਕਿਸੇ ਨੂੰ ਜਾ ਕੇ ਉੱਥੇ ਪਿੰਡ ਦੇ ਵਿੱਚ ਹੁੰਦਾ ਸੀ, ਜਦੋਂ ਇਹਨੇ ਮੈਨੂੰ ਕੁੱਟਣਾ ਮਾਰਨਾ ਤੇ ਮੇਰੇ ਦਰਾਣੀਆਂ ਜਠਾਣੀਆਂ ਨਹੀਂ ਕਹਿਣਾ ਖਸਮਾਂ ਨੂੰ ਲੈ ਕੇ ਆ ਗਈ ਆ। ਹੈ ਨਾ, ਪੁਲਿਸ ਵਾਲਿਆਂ ਨੂੰ ਕਹਿਣਾ ਤੇਰੇ ਖਸਮ ਆ, ਤੇਰੇ ਜਾ ਰਿਹਾ। 1-2 ਵਾਰੀ ਬੰਦਾ ਸੁਣਦਾ ਹੈ, ਬਾਅਦ ਵਿੱਚ ਕਹਿੰਦਾ ਚਲੋ ਕੁੱਟਦੇ ਮਾਰਦੇ ਇੱਥੇ ਰਹਾਂਗੇ, ਮੈਂ ਕਾਹਤੋਂ ਕਿਸੇ ਨੂੰ। ਹੈ ਨਾ, ਉੱਥੇ ਵੀ ਉਹਨਾਂ ਸਮਿਆਂ ਦੇ ਵਿੱਚ ਉੱਥੇ ਵੀ ਨਹੀਂ ਸੀ ਸੁਣੀ ਜਾਂਦੀ ਮੇਰੀ, ਉਦੋਂ ਕੀ ਅੱਜ ਵੀ ਨਹੀਂ ਸੁਣੀ ਗਈ। ਫਿਰ ਮੈਂ ਇੱਥੇ ਜਲੰਧਰ ਦੇ ਵਿੱਚ ਆਈ ਹਾਂ, ਇੱਥੇ ਮੇਰੀ ਖੈਰ ਬਹੁਤ ਪੁਲਿਸ ਵਾਲਿਆਂ ਨੇ ਹੈਲਪ ਕੀਤੀ ਆ। ਪਰ ਜੇ ਕਹਾਂ ਸਰਕਾਰੀ ਦਰਬਾਰੇ ਉੱਦਾਂ ਮੇਰੀ ਕਿਤੇ ਸੁਣਵਾਈ ਨਹੀਂ ਹੋਈ, ਮੇਰੀ ਕਿਸੇ ਕੋਰਟ ਕਚਹਿਰੀ 'ਚ ਕੋਈ ਸੁਣਵਾਈ ਨਹੀਂ ਹੋਈ। ਫਿਰ ਆਹ ਹੌਸਲਾ ਕਿੱਦਾਂ ਪਿਆ ਔਰ ਆ ਸ਼ੁਰੂ ਕਿੱਦਾਂ ਕੀਤਾ? ਸ਼ੁਰੂ ਇਹ ਕੀਤਾ ਸੀ ਜਦੋਂ ਮਤਲਬ ਕਿ ਮੇਰੀ ਮਾਂ ਬਿਮਾਰ ਰਹਿੰਦੀ ਸੀ, ਮੈਂ ਜ਼ਿਆਦਾ ਪੇਕੇ ਰਹਿੰਦੀ ਹੁੰਦੀ ਸੀ। ਪੇਕੇ ਰਹਿਣ ਦਾ ਕਰਕੇ ਮਾਂ ਨੂੰ ਆਪਾਂ ਨਾ ਜਲੰਧਰ ਲੈ ਕੇ ਆਈਦਾ ਹੁੰਦਾ ਸੀ ਤੇ ਮੈਂ ਜ਼ਿਆਦਾ ਆਪਣੀ ਮਾਂ ਦੇ ਨਾਲ ਆਉਂਦੀ ਹੁੰਦੀ ਸੀ ਐਂਬੂਲੈਂਸ 'ਤੇ। ਮੇਰੇ ਭਰਾਵਾਂ ਨੇ ਮੇਰੀ ਮਾਂ ਦੀ ਕੇਅਰ ਨਹੀਂ ਕੀਤੀ। ਉਹੀ ਐਂਬੂਲੈਂਸ ਵਾਲਾ ਜਦੋਂ ਲੈ ਕੇ ਆਉਂਦਾ ਸੀ ਨਾ, ਉਹਦੇ ਨਾਲ ਮੈਂ ਬਹਿ ਕੇ ਮੰਮੀ ਦੇ ਨਾਲ ਆਉਂਦੀ ਹੁੰਦੀ ਸੀ। ਕਪੂਰਥਲੇ ਤੋਂ ਇੱਥੇ ਜਲੰਧਰ ਆਉਣਾ ਕਰਨਾ ਗੁਰੂ ਨਾਨਕ ਮਿਸ਼ਨ, ਫਿਰ ਉਹਦੇ ਨਾਲ ਬਹਿਣਾ ਕਰਨਾ, ਫਿਰ ਉਹ ਵੇਖਣਾ ਕਰਨਾ ਕਿ ਗੱਡੀ ਕਿੱਦਾਂ ਚੱਲਦੀ ਆ, ਕਿੱਦਾਂ ਇਹ ਆਉਂਦੀ ਆ, ਕਿੱਦਾਂ ਜਾਂਦੀ ਆ। ਉਹਨੂੰ ਮੇਰੀ ਮਾਂ ਨੇ ਆਪਣਾ ਪੁੱਤ, ਆਪਣੇ 2 ਪੁੱਤ ਛੱਡ ਕੇ ਉਹਨੂੰ ਬਗਾਨੇ ਨੂੰ ਬਣਾ ਲਿਆ ਆਪਣਾ ਪੁੱਤ, ਕਿ ਇਹ ਮੇਰਾ ਪੁੱਤ ਆ। ਇੱਥੇ ਮੈਂ ਵੀ ਕਹਾਂਗਾ, ਮੇਰੀ ਮਾਂ ਨੇ ਉਹ ਕਿਹਾ ਕਿ ਮੇਰੀ ਜਿਹੜੀ 5 ਕਿੱਲੇ ਜ਼ਮੀਨ ਮੈਂ ਉਹਦੇ ਨਾਂ ਕਰਾ ਦੇਣੀ ਹੈ। ਪਰ ਮੇਰੀਆਂ ਭੈਣਾਂ ਨੇ ਇਹ ਗੱਲ ਕਹੀ, ਨਾ ਆਇਆ ਕੰਮ ਨਾ ਕਰੀ, ਨਵਾਂ ਸ਼ਰੀਕਾ ਨਾ ਬਣਾ ਦੇ ਸਾਡਾ। ਹੈ ਨਾ, ਪਰ ਉਹਨਾਂ ਉਹ ਕੰਮ ਨਹੀਂ ਕੀਤਾ। ਚਲੋ, ਉਸ ਮੁੰਡੇ ਨੇ ਮੇਰਾ ਸਾਥ ਦਿੱਤਾ, ਉਸ ਭਰਾ ਨੇ ਮੇਰਾ ਸਾਥ ਦਿੱਤਾ। ਕਹਿਣ ਨੂੰ ਦੁਨੀਆ ਜੋ ਮਰਜ਼ੀ ਕਹੀ ਜਾਵੇ, ਪਰ ਉਹਨੇ ਮੈਨੂੰ ਇੱਕ ਰੋਟੀ ਤੇ ਲਾਤਾ। ਹੈ ਨਾ, ਫਿਰ ਮੈਂ ਇੱਥੇ ਉੱਥੋਂ ਜਦੋਂ ਸਾਰਾ ਕੁਝ ਮੇਰਾ ਵਿਕ ਗਿਆ, ਇਹਨੂੰ ਦਰੰਗ ਹੋ ਗਿਆ, ਉੱਥੋਂ ਮੈਂ ਆਣਾ ਕਰਨਾ। ਉਦੋਂ ਵੀ ਚੰਗਾ ਭਲਾ ਸੀ ਜਦੋਂ ਇਹਨੇ ਸਾਰਾ ਕੁਝ ਵੇਚਿਆ, ਮੈਨੂੰ 200 ਦੇ ਵਿੱਚ ਇਹਨੇ ਬੰਦੇ ਨੇ ਵੇਚਿਆ। ਹੈ ਨਾ, ਸ਼ਰਾਬ ਦੀ ਖਾਤਰ ਬੱਚੇ ਤੇ ਮਾਰੇ ਬਾਅਦ 'ਚ ਇਹਨੇ ਮੈਨੂੰ ਵੀ 200 ਦੇ ਵਿੱਚ ਵੇਚਿਆ। ਬੰਦੇ ਆਏ ਘਰ ਵੀ ਆਪਾਂ ਤੇਰੇ ਘਰ ਵਾਲੇ ਨੇ ਸਾਡੇ ਕੋਲ 200 ਰੁਪਈਆ ਲਿਆ, ਆਪਾਂ ਤੇ 3 ਰਾਤ ਕੱਟਣੀ ਚਾਹੁੰਦੇ ਹਾਂ। ਅੱਜ
ਇਹ ਚੀਜ਼ ਨੂੰ ਲੋਕੀ ਕਹਿ ਦਿੰਦੇ ਨੇ ਹਾਂ ਇਹ ਕਿੱਦਾਂ, ਪਰ ਜਦੋਂ ਜਿਹਦੇ ਤੇ ਬੀਤਦੀ ਹੈ ਨਾ ਪਤਾ ਤੇ ਉਹਨੂੰ ਹੁੰਦਾ। ਤੁਸੀਂ ਤਾਂ ਬਹੁਤ ਕੁਝ ਸਿਆ ਵਾ, ਮੈਂ ਕਹਾਂਗੀ ਮੇਰੇ ਸੁਣ ਕੇ ਰੋਂਗਟੇ ਖੜੇ ਹੋ ਰਹੇ। ਸੌਖਾ ਹੁੰਦਾ ਆ, ਸੁਣਨਾ ਵੀ ਸੌਖਾ ਹੁੰਦਾ ਆ, ਜਿਹਦੇ ਤੇ ਬੀਤਦੀ ਆ ਨਾ। ਅੱਜ ਉਹ ਚੀਜ਼ ਨੂੰ ਬੜਾ ਟਾਈਮ ਲੰਘ ਗਿਆ ਹੈ, ਪਰ ਜਦੋਂ ਮੈਂ ਇਦਾਂ ਆਨੀ ਆ ਨਾ, ਇੱਕ ਹਿਸਾਬ ਦੇ ਤੁਸੀਂ ਮੇਰੇ ਸਹੁਰੇ ਪੇਕੇ ਆ, ਜਦੋਂ ਮੈਂ ਇੱਕ ਦੁੱਖ ਸੁੱਖ ਬੋਲਣੀ ਆ ਨਾ, ਫਿਰ ਮੇਰਾ ਅੰਦਰ ਵਰੁੰਦਿਆ ਜਾਂਦਾ ਇਸ ਚੀਜ਼ ਨੂੰ, ਹੈ ਨਾ, ਕਿ ਮੇਰੇ ਨਾਲ ਇੰਨਾ ਕੁਝ ਪਿੱਛੇ ਹੋਇਆ। ਅੱਜ ਲੋਕੀ ਕਹਿੰਦੇ ਮਨਜੀਤ ਤੇਰਾ ਤੇ ਟੌਰ ਆ, ਪਰ ਮੇਰੇ ਅੰਦਰ ਕੀ ਆ, ਮੇਰਾ ਅੰਦਰ ਨਹੀਂ ਕਦੀ ਕਿਸੇ ਨੇ ਬੋਲਿਆ। ਮੈਂ ਅੱਜ ਤੱਕ ਉਸ ਬੰਦੇ ਦਾ ਸੁੱਖ ਨਹੀਂ, ਲੋਕੀ ਦੋ ਜੀਆਂ ਦਾ ਸੁੱਖ ਹੁੰਦਾ ਆ, ਦੁੱਖ ਹੁੰਦਾ ਆ, ਸੁੱਖ ਹੁੰਦਾ ਦੋ ਜੀਆਂ ਦਾ, ਹੈ ਨਾ। ਮੈਂ ਅੱਜ ਤੱਕ ਇੰਨੀ ਉਮਰ ਲੰਘ ਗਈ ਆ ਮੇਰੀ, ਮੈਨੂੰ ਨਹੀਂ ਪਤਾ ਦੋ ਜੀਆਂ ਦਾ ਵਿੱਚ ਗੱਲ ਕੀ ਹੁੰਦੀ ਆ। ਉਸ ਬੰਦਾ ਇੰਨਾ ਹਫਸ਼ੀ ਹੁੰਦਾ ਸੀ, ਉਹ ਬੰਦਾ, ਉਹਨੂੰ ਆਪਣੀ ਹਫਸ਼ ਨਾਲ, ਆਪਣੇ ਨਸ਼ੇ ਨਾਲ, ਬਸ ਐਸੀ ਉਹ ਦੋ ਚੀਜ਼ਾਂ ਉਹਦੇ ਕੋਲ ਹੁੰਦੀਆਂ ਸੀ। ਇਸ ਤੋਂ ਇਲਾਵਾ ਉਹਨੂੰ ਨਹੀਂ ਸੀ ਪਤਾ ਇਹ ਮੇਰੀ ਘਰ ਵਾਲੀ ਆ, ਉਹਨੂੰ ਨਹੀਂ ਸੀ ਪਤਾ ਇਹ ਮੇਰੀ ਮਾਂ ਆ, ਉਹਨੂੰ ਨਹੀਂ ਸੀ ਪਤਾ ਇਹ ਮੇਰੇ ਸਹੁਰੇ ਆਏ ਆ। ਮਤਲਬ ਕਿ ਉਹਨੂੰ ਇਹ ਦੋ ਚੀਜ਼ਾਂ ਸੀ, ਹਫਸ਼ ਤੇ ਸ਼ਰਾਬ। ਪਹਿਲਾਂ ਤਾਂ ਚੁੱਪ ਕਰ ਜਾਓ। ਇਹੀ ਚੀਜ਼ ਹੁੰਦੀ ਸੀ ਉਸ ਵਾਸਤੇ। ਪਰ ਮੈਂ ਬੰਦਿਆਂ ਤੋਂ ਇੰਨੀ ਮੈਨੂੰ ਨਫ਼ਰਤ ਹੋ ਗਈ ਸੀ ਨਾ, ਤੁਸੀਂ ਮੰਨੋ, ਕਿ ਮੈਨੂੰ ਇਹ ਲੱਗਦਾ ਸੀ ਕਿ ਬੰਦੇ ਕੋਈ ਚੰਗਾ ਨਹੀਂ ਹੁੰਦਾ। ਮੇਰੇ ਭਰਾਵਾਂ ਨੇ ਆਪਣੇ ਸਵਾਰਥ ਵਾਸਤੇ ਮੈਨੂੰ ਇੰਗਲੈਂਡ ਦੇ ਵਿੱਚ ਕਿਹਾ ਕਿ ਇਹਨੂੰ ਮੁੰਡਾ ਛੱਡ ਦੇ, ਆਪਾਂ ਤੇਰਾ ਉੱਥੇ ਰਿਸ਼ਤਾ ਕਰ ਦਿੰਦੇ ਹਾਂ ਹੈਂਡੀਕੈਪ ਦੇ ਨਾਲ, ਆਪਣੇ ਬੌਸ ਦੇ ਨਾਲ, ਵੀ ਮੈਂ ਸੈੱਟ ਉੱਥੇ ਹੋ ਜਾ। ਮੇਰੀ ਨਹੀਂ ਸੁਣੀ ਕਿ ਇਹਦਾ ਬੱਚਾ ਆ, ਉਹਨੇ ਪਹਿਲਾਂ ਦੋ ਮਾਰੇ ਆ, ਹੈ ਨਾ, ਵੀ ਇਹੀ ਰਾਹ ਛਡਾ ਦਾਂਗੇ, ਕਿੱਦਾਂ ਇਹ ਰਹੂਗੀ। ਤੁਸੀਂ ਕਹਿੰਦੇ ਨਾ ਤੁਸੀਂ ਬੋਲੇ ਨਹੀਂ ਜਾਂ ਤੇਰੀ ਕਿਸੇ ਨੇ ਸਾਥ ਨਹੀਂ ਦਿੱਤਾ। ਇੱਕੋ ਵਾਰੀ ਬੋਲੀ ਮੈਂ ਉਦੋਂ, ਮੇਰੇ ਭਰਾਵਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ ਕਿ ਸਾਡੇ ਵੱਲੋਂ ਤੂੰ ਮਰ ਜਾ, ਸਾਡੇ ਵੱਲੋਂ ਤੂੰ ਰਹਿ ਜਾ, ਇੱਥੇ ਨਹੀਂ ਮੁੜ ਕੇ ਆਉਣਾ। ਤੂੰ ਸਾਨੂੰ ਜਵਾਬ ਦੇ ਦਿੱਤਾ ਕਿ ਮੈਂ ਇੰਗਲੈਂਡ ਦੇ ਵਿੱਚ ਸੈੱਟ ਨਹੀਂ ਹੋਇਆ ਤੇਰੇ ਕਰਕੇ। ਮੇਰੇ ਭਰਾਵਾਂ ਨੇ ਮੈਨੂੰ ਕੱਢਤਾ ਸੀ ਘਰੋਂ। ਪੇਕਿਆਂ ਤੋਂ ਇਲਾਵਾ ਕਿੱਥੇ ਬੰਦਾ ਗੁਹਾਰ ਲਾਏਗਾ। ਸਰਕਾਰਾਂ ਦਰਬਾਰਾਂ ਤੇ ਕੋਈ ਨਹੀਂ ਸੁਣਦਾ, ਪੇਕੇ ਨਹੀਂ ਜੋ ਸੁਣਦੇ, ਘਰ ਵਾਲੇ ਨਹੀਂ ਸੁਣਦਾ, ਇਦੋਂ ਉੱਤੇ ਗੱਲਾਂ ਆ। ਜਿੱਦਾਂ ਤੁਸੀਂ ਆਪਣੇ ਘਰ ਵਾਲੇ ਦੀ ਗੱਲ ਦੱਸੀ ਕਿ ਕੁੜੀਆਂ ਹੁੰਦੀਆਂ ਸੀ ਤਾਂ ਉਹ ਮਾਰ ਦਿੰਦੇ ਸੀਗੇ, ਕਿ ਮੁੰਡੇ ਨਾਲ ਬਹੁਤ ਪਿਆਰ ਸੀ ਉਹਨਾਂ ਦਾ। ਮੁੰਡੇ ਨਾਲ ਵੀ ਕੋਈ ਪਿਆਰ ਨਹੀਂ ਸੀ ਉਹਦਾ, ਮੁੰਡੇ ਨਾਲ ਵੀ ਉਹਦਾ ਕੋਈ ਪਿਆਰ ਨਹੀਂ ਸੀ। ਮੁੰਡੇ ਨੂੰ ਵੀ ਜਦੋਂ 13 ਦਿਨਾਂ ਦਾ ਹੋਇਆ ਸੀ, ਘਰ ਦੇ ਲੀੜਾ ਕੱਪੜਾ ਲੈ ਕੇ ਆਏ ਸੀ, ਉਹਦੇ ਲਈ ਕੁਝ ਲੈ ਕੇ ਨਹੀਂ ਸੀ ਆਏ, ਮੁੰਡੇ ਨੂੰ ਵੀ ਉਹਨੇ ਮਾਰਨਾ ਚਾਹਿਆ ਸੀ। ਸਾਰੀ ਰਾਤ ਨੂੰ ਲੱਭਦਾ ਰਿਹਾ ਸੀ। ਮੈਂ ਬਾਥਰੂਮ ਦੇ ਵਿੱਚ ਲੈ ਕੇ ਉਹਨੂੰ ਬੈਠੀ ਰਹੀ, ਉਹਦੇ ਮੂੰਹ 'ਚ ਉਂਗਲ ਪਾ ਕੇ, ਕਿਉਂਕਿ ਦੁੱਧ ਬੋਤਲ ਦਾ ਪੀਂਦਾ ਸੀ, ਹੈ ਨਾ, ਕਿ ਮੈਂ ਇਹਨੂੰ ਵੀ ਮਾਰ ਦੇਣਾ ਆ, ਵੀ ਇਹਦੇ ਕਰਕੇ ਮੇਰਾ ਕੁਛ ਨਹੀਂ ਆਇਆ। ਤੇ ਬੱਚਿਆਂ ਨਾਲ ਉਹਨੂੰ ਇੱਕੋ ਚੀਜ਼ ਨਾਲ ਤੁਹਾਨੂੰ ਦੱਸਿਆ, ਹਵਸ਼ ਤੇ ਨਸ਼ਾ। ਮੇਰੀ ਜਵਾਨੀ ਸਾਰੀ ਇੱਦਾਂ ਹੀ ਲੰਘੀ। ਮੇਰਾ ਪਹਿਲਾਂ ਬਚਪਨ ਸੀ, ਮੇਰੀ ਜਵਾਨੀ, ਹੁਣ ਮੈਂ ਅੱਜ ਇੱਕ ਸਾਲ ਦੀ ਮੈਂ ਬੁਢਾਪੇ 'ਚ, ਹੈ ਨਾ। ਪਰ ਮੈਨੂੰ ਉਸ ਇਨਸਾਨ ਦਾ ਕਿ ਮੈਨੂੰ ਸੁੱਖ ਨਹੀਂ ਆਇਆ ਨਾ। ਮੈਨੂੰ ਜਦੋਂ ਮਾਂ ਮਰ ਗਈ ਮੈਨੂੰ ਪੇਕਿਆਂ ਦਾ ਪਿਆਰ ਮਿਲਿਆ, ਹੈ ਨਾ ਮੈਨੂੰ ਸਹੁਰਿਆਂ ਵੱਲੋਂ ਮਿਲਿਆ, ਨਾ ਉਸ ਇਨਸਾਨ ਦਾ ਮਿਲਿਆ। ਬਚਪਨ ਸੀ, ਇੱਕੋ ਚੀਜ਼ ਸੀ ਕਿ ਜਿਹੜੇ ਬੰਦੇ ਦੇ ਲੜ ਲੱਗੀ ਇੱਥੇ ਹੀ ਰਹਿਣਾ ਸਾਰੀ ਉਮਰ, ਹੈ ਨਾ। ਐਡਾ ਲੰਮਾ ਘੁੰਡ ਕੱਢ ਕੇ ਵਿਆਹ ਤਾਂ ਸੀ, ਤੇ ਇਹੀ ਗੱਲ ਕਹਿਤੀ ਸੀ ਕਿ ਜਿੱਥੇ ਵਿਆਹੀ ਚੱਲੀ ਇੱਥੋਂ ਮਰ ਕੇ ਹੀ ਆਉਣਾ, ਜਿੰਦੀ ਨੇ ਨਹੀਂ ਆਉਣਾ ਵਾਪਸ। ਇਹ ਸੀ ਸਾਡਾ ਉਦੋਂ। ਇਹ ਅੱਜ ਵੀ ਇਹੀ ਸਮਾਜ ਆ। ਜੇ ਸੋਚਦੀਆਂ ਕੁੜੀਆਂ ਨਾ ਅੱਜ ਵੀ, ਜਿਹੜੀਆਂ ਤੇ ਚੰਗੇ ਘਰਾਂ ਦੀਆਂ ਨੇ ਨਾ, ਅੱਜ ਵੀ ਉਹ ਪੀਸਦੀਆਂ ਨੇ ਪਈਆਂ। ਇਕੱਲੀ ਮੈਂ ਨਹੀਂ ਪੀਸੀ, ਬੜੀਆਂ ਪੀਸਦੀਆਂ ਨੇ, ਕਿਉਂਕਿ ਉਹਨਾਂ ਦੀ ਸੁਣਵਾਈ ਹੈ ਨਹੀਂ। ਫਿਰ ਉਹ ਗਲਤ ਪਾਸੇ ਜਾਂਦੇ ਨੇ ਨਾ, ਫਿਰ ਲੋਕੀ ਕਹਿੰਦੇ ਨੇ ਕੁੜੀਆਂ ਮਾੜੀਆਂ ਆ, ਬਲਕਿ ਉਹ ਗਲਤ ਪਾਸੇ ਜਾਂਦੀਆਂ ਨਹੀਂ, ਸਾਡਾ ਸਮਾਜ ਭੇਜਦਾ ਉਹਨਾਂ ਨੂੰ। ਜਦੋਂ ਬੰਦੇ ਨਸ਼ੇ ਕਰਦੇ ਆ ਨਾ, ਤਾਂ ਜਨਾਨੀ ਹਮੇਸ਼ਾ ਮਾੜੇ ਪਾਸੇ ਜਾਏਗੀ। ਫਿਰ ਉਹ ਬੰਦੇ ਪਤਾ ਕੀ ਕਰਨਗੇ, ਜੇ ਲਾਏ ਨਾ ਦਿਹਾੜੀ ਕਿਤੇ ਕੰਮ ਕਰ ਆਏ ਤੇ ਸ਼ਰਾਬ ਪੀ ਕੇ, ਜਨਾਨੀ ਭਾਵੇਂ ਸਾਰਾ ਦਿਨ ਕੰਮ ਕੀਤੇ ਹੋਣ, ਜਨਾਨੀ ਦੀ ਕਦਰ ਨਹੀਂ। ਆਪਾਂ ਸਾਰਾ ਦਿਨ ਕੰਮ ਕਰਕੇ ਆਏ, ਜਨਾਨੀ ਰੋਟੀ ਵੀ ਬਣਾਏ, ਜਨਾਨੀ ਕੱਪੜੇ ਵੀ ਧੋਏ, ਜਨਾਨੀ ਕੰਮ ਨਹੀਂ ਕਰਕੇ ਆਉਂਦੀ ਬਾਹਰੋਂ, ਜਨਾਨੀ ਕੰਮ ਨਹੀਂ ਕਰਦੀ। ਤੁਸੀਂ ਬਾਹਰੋਂ ਕਰ ਆਏ ਹੋ, ਜਨਾਨੀ ਬਾਹਰ ਦਾ ਵੀ ਕਰੇ ਜਾਣ ਕੇ, ਜਨਾਨੀ ਘਰ ਦਾ ਵੀ ਕਰੇ। ਜਨਾਨੀ ਨਿਆਣਿਆਂ ਦੇ ਵੀ ਜੁੱਤੀਆਂ ਖਾਏ, ਜਨਾਨੀ ਬੰਦੇ ਦੇ ਵੀ ਜੁੱਤੀਆਂ ਖਾਏ, ਜਨਾਨੀ ਪੇਕਿਆਂ ਦੇ ਵੀ ਖਾਏ। ਇੱਕ ਜਨਾਨੀ ਸਾਰਾ ਕੁਝ ਸਹਿਣ ਨੂੰ ਰਹਿ ਗਈ ਆ। ਇੰਨਾ ਦੁੱਖ ਸਹਿਆ ਘਰ ਵਾਲੇ ਦਾ, ਫਿਰ ਖਤਮ ਕਿੱਦਾਂ ਹੋਇਆ? ਯਾਨੀ ਤੁਸੀਂ ਅਲੱਗ ਕਿੱਦਾਂ ਰਹਿਣ ਲੱਗ ਗਏ? ਮੈਂ ਤੁਹਾਨੂੰ ਦੱਸਿਆ ਨਾ ਵੀ ਉੱਥੋਂ ਜਦੋਂ ਮੈਂ ਆ ਗਈ ਹਾਂ, ਇਹਨੂੰ ਅਧਰੰਗ ਹੋ ਗਿਆ ਘਰ ਵਾਲੇ ਨੂੰ, ਮੈਂ ਫਿਰ ਵੀ ਇਹਨੂੰ ਨਾਲ ਹੀ ਰੱਖਿਆ। ਸਾਰਾ ਕੁਝ ਸਾਡਾ ਵਿਕ ਗਿਆ, ਮੇਰੇ ਕੋਲ ਕੁਛ ਨਹੀਂ ਸੀ ਹੈਗਾ ਨਾ। ਉੱਥੋਂ ਮੈਂ ਆ ਗਈ ਹਾਂ ਇੱਥੇ ਆਣ ਕੇ ਵੀ। ਮੈਂ ਜਦੋਂ ਸਾਰਾ ਕੁਝ ਮੇਰੇ ਤੇ ਕੋਰਟ ਕਚਹਿਰੀਆਂ ਹੋ ਗਈਆਂ, ਮੇਰੀਆਂ ਗੱਡੀਆਂ ਵਿਕ ਗਈਆਂ, ਮੇਰੇ ਮੁੰਡੇ ਤੇ ਵੀ ਕੇਸ ਮੇਰੇ ਭਰਾਵਾਂ ਨੇ ਇੱਦਾਂ ਪਾਣੇ ਸ਼ੁਰੂ ਕਰ ਦਿੱਤੇ ਵੀ ਇਹਨੂੰ ਕਿਸੇ ਤਰ੍ਹਾਂ ਅਸੀਂ ਥੱਲੇ ਲਾਣਾ, ਵੀ ਇਹਨੇ ਜ਼ਮੀਨ ਜਿਹੜੀ ਅਸੀਂ ਆਪਣੀ ਛੱਡਣੀ ਨਹੀਂ ਹੈਗੀ। ਫਿਰ ਮੇਰਾ ਬੇਟਾ ਜਿਹੜਾ ਸੀ, ਉਹ ਹਜੇ 3 ਕੁ ਦਿਨ ਉਹਨੂੰ ਹੋਏ ਸੀ ਬਾਹਰ ਭੇਜੇ ਨੂੰ ਉਹਨੂੰ। ਇਹਨੇ ਘਰ ਵਾਲੇ ਨੇ ਮਗਰੋਂ ਸਿਲੰਡਰ ਵੇਚਤਾ, ਇੱਥੇ ਆਣ ਕੇ ਜਲੰਧਰ ਸਿਲੰਡਰ ਵੇਚਤਾ। ਭਾਂਡੇ ਸੀ ਵੱਡੇ ਉਹ ਵੇਚਦੇ, ਫਿਰ 2 ਮੰਜੀਆਂ ਸੀ ਨੇ ਉਹ ਵੇਚਤੀਆਂ। ਮੈਂ ਇੱਥੋਂ ਡਿਊਟੀ ਤੋਂ ਗਈ, ਜਦੋਂ ਘਰ ਵੇਖਿਆ ਤਾਂ ਸਮਾਨ ਹੈ ਨਾ।
ਫਿਰ ਮੈਂ ਇਹਨੂੰ ਘਰੋਂ ਕੱਢਿਆ ਸੀ, ਮੇਰੇ ਨਾਲ ਹੀ ਸੀ, ਸ਼ੁਰੂ ਤੋਂ ਮੇਰੇ ਨਾਲ ਰਿਹਾ। ਹੁਣ ਫਿਰ ਮੈਂ ਕੱਢਿਆ ਵੀ ਮੈਂ ਆਪਣਾ ਕਮਾਨੀ ਆ, ਆਪਣਾ ਖਾਨੀ ਆ, ਤੈਨੂੰ ਪੱਕੀ ਰੋਟੀ ਮਿਲਦੀ, ਸਾਰਾ ਕੁਝ ਤੂੰ ਵੇਚ ਵੱਟ ਦਿੱਤਾ ਹੈ, ਸਾਨੂੰ ਕਾਸੇ ਜੋਗਾ ਨਹੀਂ ਛੱਡਿਆ ਨਾ, ਆਪਾਂ ਫੇਰ ਵੀ ਤੈਨੂੰ ਸਾਂਭਦੇ ਰਹੇ ਆ। ਪਰ ਸਾਡਾ ਜਿਹੜਾ ਸਮਾਜ ਹੈ ਨਾ, ਇਹ ਜਨਾਨੀ ਨੂੰ ਜੀਣ ਨਹੀਂ ਦਿੰਦਾ। ਕੱਲੀ ਜਨਾਨੀ ਨੂੰ ਘਰ ਕਿਰਾਏ ਤੇ ਲੈਣਾ ਨਾ, ਲੋਕੀ ਉਹ ਵੀ ਨਹੀਂ ਲੈਣ ਦਿੰਦੇ। ਤੇ ਬੰਦਾ ਚਾਹੇ ਨਾਲ ਸ਼ਰਾਬੀ ਵੀ ਹੋਵੇ ਤੇ ਕਹਿਣਗੇ ਬੰਦਾ ਆ ਇਹਦੇ ਨਾਲ, ਵੀ ਉੱਥੇ ਕਹਿਣਗੇ ਬੰਦਾ ਆ। ਜਨਾਨੀ ਦੀ ਕਦਰ ਹੈ ਨਹੀਂ ਕੋਈ ਵੀ। ਤੁਹਾਡੀ ਇੱਕ ਗੱਲ ਮੈਂ ਜ਼ਰੂਰ ਕਵਾਂਗੀ ਕਿ ਇੰਨਾ ਕੁਝ ਤੁਸੀਂ ਸਹਿਆ, ਇੰਨਾ ਕੁਝ ਕਿ ਜੋ ਚੀਜ਼ ਨਹੀਂ ਕਰਨੀ ਚਾਹੀਦੀ ਉਹ ਤੁਹਾਡੇ ਘਰ ਵਾਲੇ ਨੇ ਕੀਤੀ, ਤੇ ਤਾਂ ਵੀ ਤੁਸੀਂ ਉਹਨਾਂ ਦਾ ਸਾਥ ਦਿੱਤਾ ਉਹਨਾਂ ਦੀ ਬਿਮਾਰੀ ਦੇ ਵਿੱਚ। ਮੈਂ ਸਾਥ ਇਸ ਲਈ ਦਿੱਤਾ ਸੀ ਵੀ ਜੇ ਇਹਨੇ ਮਾੜਾ ਕਰਮ ਕੀਤਾ ਅਸੀਂ ਕਿਉਂ ਕਰੀਏ। ਸਾਡੇ ਘਰਦਿਆਂ ਦੀ ਸਿੱਖਿਆ, ਸਾਡੀ ਮਾਂ ਦੀ ਤੇ ਸਾਡੀ ਨਾਨੀ ਦੀ ਸਿੱਖਿਆ ਹੁੰਦੀ ਸੀ, ਜੇ ਇੱਕ ਜਣਾ ਮਾੜਾ ਕਰਦਾ ਨਾ ਤੁਸੀਂ ਨਾ ਕਰੋ, ਜੇ ਤੁਸੀਂ ਕਰ ਲਿਆ ਤੇ ਉਹਦੇ 'ਚ ਤੁਹਾਡੇ 'ਚ ਕੀ ਫਰਕ ਰਹਿ ਗਿਆ, ਹੈ ਨਾ। ਆਪਾਂ ਸੋਚਦੇ ਸੀ ਵੀ ਚਲੋ ਵੀ ਇਹਦਾ ਵੀ ਮਾਂ ਪਿਓ ਮਰ ਗਿਆ, ਵੀ ਮੇਰਾ ਵੀ ਮਾਂ ਪਿਓ ਮਰ ਗਿਆ, ਜੇ ਇਹਨੂੰ ਮੈਂ ਧੱਕਾ ਦੇਤਾ ਕਿੱਥੇ ਜਾਊਗਾ, ਵੀ ਚੱਲ ਇਹ ਕਦੇ ਨਾ ਕਦੇ ਤਾਂ ਸੁਧਰੂਗਾ। ਪਰ ਜਿਹੜੇ ਨਸ਼ੇ ਵਾਲੇ ਬੰਦੇ ਹੁੰਦੇ ਨੇ ਉਹ ਕਦੇ ਨਹੀਂ ਸੁਧਰਦੇ। ਜਿਹੜਾ ਇਨਸਾਨ ਆਪਣੇ ਬੱਚੇ ਮਾਰ ਸਕਦਾ, ਆਪਣੀਆਂ ਚੀਜ਼ਾਂ ਵੇਚ ਸਕਦਾ, ਜਨਾਨੀ ਵੇਚ ਸਕਦਾ, ਉਹ ਇਹਦੇ ਉੱਤੇ ਕੀ ਸੋਚੂਗਾ। ਨਸ਼ੇੜੀਏ ਬੰਦੇ ਨੂੰ ਸਿਰਫ ਨਸ਼ਾ ਤੇ ਹਫਸ਼, ਉਹਨੇ ਨਸ਼ੇ ਕਰਕੇ ਤੁਸੀਂ ਹਿਸਾਬ ਲਾ ਲਓ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਜਨਾਨੀ ਮੇਰੀ ਅੱਜ ਇੱਥੇ ਡੈੱਡ ਬੋਡੀਆਂ ਢੋ ਕੇ ਤੇ ਫੇਰ ਰੋਟੀ ਖਾਣ ਡਈ ਏ। ਤੇ ਰਾਤ ਨੂੰ ਪਤਾ ਕੀ ਕਹਿੰਦਾ ਹੁੰਦਾ ਸੀ, ਜਾਣ ਲੱਗਿਆ ਕਿਹੜੇ ਖਸਮਾਂ ਕੋ ਆਈ ਹੈ, ਇੱਥੇ ਆਣ ਕੇ ਵੀ ਗੱਡੀ ਚਲਾਉਣ ਦੇ ਬਾਵਜੂਦ ਵੀ ਫਿਰ ਵੀ ਉਹਨੇ ਸਮਾਨ ਉਦੋਂ ਵੇਚਿਆ ਜਦੋਂ ਮੁੰਡਾ ਘਰੋਂ ਚਲੇ ਗਿਆ, ਵੀ ਹੁਣ ਮੈਨੂੰ ਇਹਨੇ ਕੀ ਕਹਿਣਾ ਆ। ਪਰ ਮੈਂ ਬਹੁਤ ਵੱਡਾ ਜੇਰਾ ਕਰਕੇ ਫਿਰ ਮੈਨੂੰ ਕੱਢਤਾ ਘਰੋਂ, ਮੈਂ ਸੱਚੀ ਕੱਢਤਾ ਸੀ। ਇਹ ਕੰਮ ਮੈਨੂੰ ਸਾਰੇ ਲੋਕੀ ਕਹਿੰਦੇ ਜੇ ਤੂੰ ਪਹਿਲਾਂ ਕਰ ਲੈਂਦੀ ਸ਼ਾਇਦ ਤੇਰਾ ਸਾਰਾ ਕੁਝ ਬਚ ਜਾਂਦਾ, ਪਰ ਹਿੰਮਤ ਨਹੀਂ ਸੀ ਆਉਂਦੀ ਉਦੋਂ। ਹਿੰਮਤ ਇਹ ਨਹੀਂ ਸੀ ਹੁੰਦੀ ਕਿ ਬੰਦਾ ਬਾਹਰ ਕੀ ਕਰਕੇ ਆਇਆ ਕੀ ਨਹੀਂ ਕਰਕੇ ਆਇਆ। ਅੱਜ ਵੀ ਮੈਂ ਰੋਟੀ ਕਮਾ ਕੇ ਖਾਂਦੀ ਹਾਂ, ਪਰ ਉਦੋਂ ਸਾਡਾ ਸਮਾਜ ਇਹ ਕਹਿੰਦਾ ਹੁੰਦਾ ਸੀ ਵੀ ਬੰਦੇ ਅੱਗੇ ਜਨਾਨੀ ਬੋਲ ਜੇ ਤੇ ਕਿੱਦਾਂ ਬੋਲ ਜੇ, ਇਹ ਲੋਕੀ ਕਹਿੰਦੇ ਆ। ਤੇ ਜੇ ਗੱਲ ਕਰੀਏ ਹੁਣ ਸਾਥ ਕਿਹਨੇ ਦਿੱਤਾ ਤੁਹਾਡਾ, ਜਿੱਦਾਂ ਕਹਿ ਸਕਦੇ ਆ ਸਰਕਾਰਾਂ ਨੇ, ਜਦੋਂ ਪਹਿਲੀ ਮਹਿਲਾ ਹੋ ਐਂਬੂਲੈਂਸ ਚਲਾਉਂਦੇ ਹੋ, ਇਹ ਬਹੁਤ ਵਾਇਰਲ ਹੋਣ ਵਾਲੀ ਚੀਜ਼ ਆ, ਤੇ ਇਹ ਚੀਜ਼ ਇਹਦਾ ਕੁਝ ਫਾਇਦਾ ਹੋਇਆ ਤੁਹਾਨੂੰ, ਕਿਸੇ ਨੇ ਬਾਂਹ ਫੜੀ? ਕੋਈ ਬਾਂਹ ਫੜੀ, ਜਿਹੜੀ NRI ਭਰਾ ਫੜੀ ਹੈ ਉਹ ਵੀ ਜਦੋਂ ਮੈਂ ਜਸਪਾਲ ਭੱਟੀ ਜੀ ਐਕਸਪਾਇਰ ਹੋਏ ਆ, ਉਹਨਾਂ ਦਾ ਐਕਸੀਡੈਂਟ ਹੋਇਆ, ਉਹਨਾਂ ਨੂੰ ਪਹਿਲਾਂ ਲੈ ਕੇ ਆਂਦਾ, ਫਿਰ ਉਹਨਾਂ ਦੀ ਮੈਂ ਡੈੱਡ ਬੋਡੀ ਛੱਡ ਕੇ ਆਈ ਚੰਡੀਗੜ੍ਹ। ਫਿਰ ਉਸ ਤੋਂ ਬਾਅਦ ਬੜੀ ਦੁਨੀਆ ਜਾਣਨ ਲੱਗ ਗਈ। ਫਿਰ ਮੈਂ ਸਿਰਜਣਹਾਰੀ ਵਾਰਡ 'ਚ ਗਈ ਹਾਂ, ਫਿਰ ਆਪਣੇ ਜਜ਼ਬਾ 'ਚ ਗਈ ਹਾਂ, ਸਾਰੀ ਦੁਨੀਆ ਜਾਣਦੀ ਹੈ, ਪਰ ਸਪੋਰਟ ਕਿਸੇ ਸਰਕਾਰੀ ਦਾਇਰੇ ਨੇ ਨਹੀਂ ਕੀਤੀ। NRI ਭਰਾ ਆ ਜਿਨ੍ਹਾਂ ਨੇ ਕੀਤੀ ਆ, ਅਮਰੀਕਾ ਦੇ ਵਿੱਚ ਆ, ਕੈਨੇਡਾ 'ਚ ਆ, ਦੁਬਈ ਦੇ ਵਿੱਚ ਆ, ਆਸਟ੍ਰੇਲੀਆ ਦੇ ਵਿੱਚ ਆ, ਜਿਨ੍ਹਾਂ ਨੇ ਮੇਰੀ ਮੇਰੀ ਉਹਨਾਂ ਨੇ ਬਾਂਹ ਫੜੀ, ਹੈ ਨਾ। ਅਤੇ ਪਰ ਸਰਕਾਰੀ ਦਰਬਾਰੇ ਕਿਸੇ ਨਹੀਂ ਸੁਣੀ। ਕੀ ਗੱਲ ਕੋਈ ਦੇਖਦਾ ਨਹੀਂ, ਕੋਈ ਅਖਬਾਰਾਂ ਨਹੀਂ ਪੜ੍ਹਦਾ ਜਾਂ ਕੋਈ ਖਬਰਾਂ ਨਹੀਂ ਪੜ੍ਹਦਾ। ਹੋਰ ਜੇ ਮੰਨ ਲਓ ਅੱਜ ਵੋਟਾਂ ਨੇ, ਅੱਜ ਤੁਹਾਨੂੰ ਪਤਾ ਫਲਾਣੇ ਪਿੰਡ ਦੇ ਵਿੱਚ ਜ਼ਿਆਦੀਆਂ ਵੋਟਾਂ ਨੇ, ਆਪਾਂ ਉੱਥੇ ਚੱਲੀਏ, ਹੈ ਨਾ। ਫਲਾਣੇ ਪਿੰਡ ਦੇ ਵਿੱਚ ਆਹ ਚੀਜ਼ ਵਿਕਦੀ, ਆਪਾਂ ਉੱਥੇ ਆਹ ਚੀਜ਼ ਪਾਵਾਂਗੇ ਤਾਂ ਉੱਥੇ ਸਾਨੂੰ ਵੋਟਾਂ ਜ਼ਿਆਦੀਆਂ ਆਉਣੀਆਂ। ਅਤੇ ਕੀ ਗੱਲ ਤੁਹਾਨੂੰ ਅਖਬਾਰਾਂ ਦੇ ਵਿੱਚ ਇਹ ਨਹੀਂ ਦਿਸਦਾ ਬੰਦਾ ਕਿਹੜਾ ਦੁਖੀ ਆ, ਹੈ ਨਾ। ਜਦੋਂ ਵੋਟਾਂ ਲੱਗ ਕੇ ਆ ਜਾਂਦੀਆਂ ਨੇ ਉਦੋਂ ਆਪਾਂ ਤੁਰ ਪੈਂਦੇ ਹਾਂ ਵੀ ਉੱਥੇ ਚੱਲੀਏ, ਉੱਥੇ ਵੋਟਾਂ ਜ਼ਿਆਦੀਆਂ ਨੇ। ਇਨਸਾਨ ਦੀ ਵੈਲਿਊ ਨਹੀਂ, ਵੋਟਾਂ ਦੀ ਵੈਲਿਊ ਆ। ਉਹਨਾਂ ਚਿਰ ਜਿੰਨਾ ਚਿਰ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ, ਉੱਦਾਂ ਕੋਈ ਸਰਕਾਰ ਦਰਬਾਰ ਨਹੀਂ ਹੈਗਾ। ਅਸੀਂ ਬਹੁਤ ਜ਼ਿਆਦਾ ਸੁੱਖ ਸਹੇ ਨੇ, ਪਰ ਇੱਕ ਚੀਜ਼ ਮੈਂ ਦੱਸ ਦੇਵਾਂ ਤੁਹਾਡੇ, ਜਿਹੜੇ ਸਾਡੇ ਦਰਸ਼ਕ ਨੇ ਨਾ ਬਹੁਤ ਸਰਾਹਣ ਵਾਲੇ ਨੇ, ਬਹੁਤ ਪਿਆਰ ਦਿੰਦੇ ਨੇ, ਤਾਂ ਜ਼ਰੂਰ ਤੁਹਾਡਾ ਨੰਬਰ ਲੈਣਾ ਚਾਹਾਂਗੇ ਤਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਹੌਂਸਲਾ ਹੋਰ ਵਧੇ ਤੁਹਾਡਾ। ਮੈਂ ਕਹਾਂਗੀ ਕਿ ਜੋ ਤੁਸੀਂ ਦੁੱਖ ਸਹੇ ਨੇ ਉਹ ਤੁਸੀਂ ਹੌਲੀ ਹੌਲੀ ਭੁੱਲਦੇ ਜਾਓ। ਨੰਬਰ ਮੇਰਾ 98760 98608 ਆ, ਮਨਜੀਤ ਕੌਰ ਦੇ ਨਾਂ 'ਤੇ। YouTube 'ਤੇ ਵੀ ਆ ਮੇਰਾ ਮਨਜੀਤ ਕੌਰ ਐਂਬੂਲੈਂਸ ਡਰਾਈਵਰ, ਫੇਸਬੁੱਕ 'ਤੇ ਵੀ ਆ ਮਨਜੀਤ ਕੌਰ ਐਂਬੂਲੈਂਸ ਡਰਾਈਵਰ ਦੇ ਨਾਂ 'ਤੇ, ਗੂਗਲ 'ਤੇ ਵੀ, YouTube 'ਤੇ ਵੀ, ਫੇਸਬੁੱਕ 'ਤੇ ਵੀ, ਇੰਸਟਾ 'ਤੇ ਵੀ ਆ ਮਨਜੀਤ ਕੌਰ ਐਂਬੂਲੈਂਸ ਡਰਾਈਵਰ ਦੇ ਨਾਂ 'ਤੇ ਮੇਰਾ ਨੰਬਰ ਕੱਢ ਸਕਦੇ ਆ। ਇੱਕ ਵਾਰ ਫਿਰ ਤੋਂ ਨੰਬਰ ਰਿਪੀਟ ਕਰ ਦਿਓ। 98760 98608। ਬਹੁਤ ਫੋਨ ਆਉਣਗੇ ਤੁਹਾਨੂੰ, ਬਹੁਤ ਸਰਾਹਣਗੇ ਕਿ ਬਹੁਤ ਚੰਗੀ ਚੀਜ਼ ਕਰ ਰਹੇ ਹੋ। ਅਤੇ ਇਸ ਤੋਂ ਬਾਅਦ ਮੈਮ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ। ਅਤੇ ਰੋਂਗਟੇ ਖੜੇ ਦਾ ਧੰਨਵਾਦ ਕਰਨੀ ਹੈ ਕਿ ਤੁਸੀਂ, ਤੁਹਾਡੇ ਕਰਕੇ ਅੱਜ ਮੈਂ ਦੁਨੀਆ ਦੇ ਵਿੱਚ ਜੀਨੀ ਆ ਪਈ। ਅਤੇ ਜਦੋਂ ਤੁਸੀਂ ਆਉਂਦੇ ਆ ਨਾ, ਫਿਰ ਮੈਨੂੰ ਇੱਦਾਂ ਲੱਗਦਾ ਕਿ ਮੇਰੇ ਸਹੁਰੇ ਪੇਕੇ ਆ ਗਏ ਆ, ਮਤਲਬ ਕਿ ਮੇਰੀ ਮਾਂ ਆ ਗਈ ਆ ਜਿਹਨੂੰ ਮੈਂ ਆਪਣਾ ਦੁੱਖ ਦੱਸਣ ਡਈ ਹਾਂ। ਅਦਰਵਾਈਜ਼ ਮੈਂ ਕਦੀ ਇੱਦਾਂ ਰੋਈ ਨਹੀਂ। ਮੈਂ ਡੈਡ ਬੋਡੀਆਂ ਲੈ ਕੇ ਵੀ ਜਾਂਦੀ ਹਾਂ, ਮੈਂ ਸਾਰਾ ਕੁਝ ਜਾਂਦੀ ਹਾਂ, ਮੈਨੂੰ ਇੱਦਾਂ ਕਦੀ ਰੋਣ ਨਹੀਂ ਆਇਆ। ਪਰ ਮੇਰਾ ਉਦੋਂ ਮਨ ਭਰ ਆਉਂਦਾ ਆ ਕਿ ਮੇਰੇ ਨਾਲ ਜ਼ਿੰਦਗੀ ਮੈਂ ਲੰਘ ਚੁੱਕੀ ਹਾਂ। ਪਰ ਮੈਨੂੰ ਬੰਦਿਆਂ 'ਤੇ ਗੁੱਸਾ ਬਹੁਤ ਚੜ੍ਹਦਾ ਜਦੋਂ ਸ਼ਰਾਬ ਪੀ ਕੇ ਜਨਾਨੀਆਂ 'ਤੇ ਇੱਦਾਂ ਜ਼ੁਲਮ ਸਿੰਦਾ। ਫਿਰ ਮੇਰਾ ਜੀ ਕਰਦਾ ਨਾ ਬੰਦਿਆਂ ਨੂੰ ਮਾਰਦਾ ਫੜ ਕੇ, ਪਰ ਮੈਂ ਸੋਚਣੀ ਮੈਂ ਆਪਣਾ ਤਾਂ ਮਾਰਿਆ ਨਾ, ਮੈਂ ਬਗਾਨਿਆਂ ਨੂੰ ਕਿੱਦਾਂ ਕਹਿੰਦੀ ਹਾਂ। ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ, ਜਿਵੇਂ ਤੁਸੀਂ ਕਿਹਾ ਕਿ ਜਦ ਅਸੀਂ ਆਉਂਦੇ ਬਹੁਤ ਚੰਗਾ ਲੱਗਦਾ, ਅਤੇ ਆਲਵੇਜ਼ ਅਸੀਂ ਤੁਹਾਡੇ ਲਈ ਹਾਂ, ਜਦ ਮਰਜ਼ੀ ਤੁਸੀਂ ਸਾਨੂੰ ਬੁਲਾ ਸਕਦੇ ਹੋ।
ਕੁਝ ਵੀ ਗੱਲ ਹੋਵੇ ਦੁੱਖ ਸਾਂਝਾ ਕਰਨਾ ਤਾਂ ਸਾਡੀ ਜਨਤਾ ਬਹੁਤ ਪਿਆਰ ਦੇਗੀ ਤੁਹਾਨੂੰ। ਮੈਂ ਇੱਕ ਇੱਥੇ ਗੱਲ ਇਹ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ, ਸਾਡੇ ਮਾਂ-ਪਿਓ ਨੂੰ ਇਹ ਚਾਹੀਦਾ ਕਿ ਸਾਡੀਆਂ ਧੀਆਂ ਨੂੰ ਹੱਕ ਜ਼ਰੂਰ ਦੇਣ। ਸਾਨੂੰ ਨਹੀਂ, ਮੈਨੂੰ ਨਹੀਂ ਮਿਲਿਆ, ਮੇਰਾ ਸਾਰਾ ਕੁਝ ਉੱਜੜ ਗਿਆ, ਮੇਰਾ ਆਪਣਾ ਹੱਕ ਲੈਣ ਦੇ ਬਾਵਜੂਦ ਵੀ ਹੈ ਨਾ, ਤੇ ਮੈਨੂੰ ਕੁਛ ਨਹੀਂ ਮਿਲਿਆ। ਮੈਂ ਹੁਣ ਦੁਬਾਰੇ ਫੇਰ ਕੋਰਟ 'ਚ ਕੇਸ ਲਾਇਆ। ਜੇ ਮੇਰਾ 10 ਸਾਲ ਕੇਸ ਚੱਲਿਆ ਨਾ ਤਾਂ ਮੈਂ ਕੇਸ ਹਾਰ ਗਈ ਹਾਂ, ਮੈਂ ਦੁਬਾਰੇ ਫੇਰ ਕੇਸ ਲਾਇਆ। ਹਜੇ ਵੀ ਮੈਂ ਕੋਟਾ ਕਚਹਿਰੀਆਂ 'ਚ ਜਾਨੀ, ਮੈਂ ਇਹ ਨਹੀਂ ਮੈਂ ਨਹੀਂ ਜਾਂਦੀ, ਮੈਂ ਹਜੇ ਵੀ ਜਾਨੀ ਕਿ ਮੈਂ ਆਪਣਾ ਹੱਕ ਲੈਣਾ। ਕੀ ਗੱਲ ਸਰਕਾਰੀ ਦਰਬਾਰੇ ਕਿਤੇ ਹੱਕ ਨਹੀਂ ਕੁੜੀਆਂ ਦਾ? ਕਹਿ ਦਿੰਦੇ ਆ ਪਰ ਦਿੰਦਾ ਕੋਈ ਨਹੀਂ। ਮੈਂ ਕਹਿੰਦੀ ਆ ਕਿ ਮਾਂ ਪਿਓ ਨੂੰ, ਸਾਡੇ ਸਮਾਜ ਨੂੰ ਚਾਹੀਦਾ ਕਿ ਧੀਆਂ ਨੂੰ ਹੱਕ ਦਿਓ। ਸ਼ੁਕਰੀਆ ਮੈਮ, ਬਹੁਤ ਬਹੁਤ। ਤੇ ਤੁਸੀਂ ਸੁਣਿਆ ਮੈਮ ਨੂੰ ਕਿ ਬਹੁਤ ਜ਼ਿਆਦਾ ਇਹਨਾਂ ਨੇ ਦੁੱਖ ਸਹੇ ਆ, ਬਹੁਤ ਕਹਿ ਸਕਦੇ ਆ ਕਿ ਜੋ ਚੀਜ਼ਾਂ ਨਹੀਂ ਸੁਣੀਆਂ ਸੀਗੀਆਂ ਉਹ ਚੀਜ਼ਾਂ ਅੱਜ ਕਈਆਂ ਨੇ ਸੁਣੀਆਂ ਹੋਣਗੀਆਂ, ਕਿ ਸੋਚਦੇ ਹੋਣਗੇ ਕਿ ਐਸੇ ਜਿਹੜੇ ਬਹੁਤ ਚੰਗੇ ਘਰ ਤੋਂ ਬਿਲੋਂਗ ਕਰਦੇ ਆ, ਬਹੁਤ ਚੰਗੀ ਸੋਚ ਰੱਖਦੇ ਆ, ਸੋਚਦੇ ਹੋਣਗੇ ਕਿ ਐਸੇ ਵੀ ਮਰਦ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਘਰਾਂ ਵਿੱਚ ਵੀ ਧੀ ਭੈਣ ਆ ਤੇ ਆਪਾਂ ਕੀ ਕੁਝ ਕਰ ਰਹੇ ਹਾਂ। ਈਵਨ ਕਿ ਆਪਣੇ ਬੱਚਿਆਂ ਦੇ ਨਾਲ, ਬੱਚੇ ਤਾਂ ਕਲੇਜੇ ਤਾਂ ਟੁਕੜਾ ਹੁੰਦੇ ਆ ਤੇ ਰੌਂਗਟੇ ਖੜੇ ਹੁੰਦੇ ਆ। ਅੱਜ ਦੀ ਜਿਹੜੀ ਮੈਂ ਤੁਹਾਡੇ ਸਾਹਮਣੇ ਸਟੋਰੀ ਲੈ ਕੇ ਆਈ ਹਾਂ, ਜੋ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ, ਜ਼ਰੂਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਚੀਜ਼ ਦੁੱਖ ਦਿੰਦੀ ਹੋਏਗੀ ਕਿ ਆ ਕੀ ਦੇਖ ਲਿਆ ਸੀ। ਇਸੇ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜਿਵੇਂ ਮੈਮ ਨੇ ਕਿਹਾ ਕਿ ਸਰਕਾਰਾਂ ਨਹੀਂ ਮਦਦ ਕਰਦੀਆਂ, ਤਾਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਾਡੇ ਵੱਲੋਂ ਵੀ, ਤੇ ਦਰਸ਼ਕ ਜਿਹੜੇ ਵੇਖ ਰਹੇ ਨੇ, ਕੋਈ ਵੀ ਮਦਦ ਜਿਹੜੀ ਇਹਨਾਂ ਲਈ ਹੋ ਸਕੇ ਤਾਂ ਜ਼ਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਰ? ਬਿਲਕੁਲ ਜੀ। ਸਰ ਆਪਣਾ ਗੁੱਡ ਨੇਮ ਦੱਸ ਦਿਓ। ਮੈਂ ਡਾਕਟਰ ਬਲਜੀਤ ਸਿੰਘ ਜੌਹਲ, ਪੰਜਾਬ ਨਿਊਜ਼ 'ਚ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਤੇ ਮਨਦੀਪ ਜੀ ਨੇ ਜਿੱਦਾਂ ਤੁਹਾਡੇ ਬਾਰੇ ਦੱਸਿਆ ਕਿ ਤੁਸੀਂ ਉਹਨਾਂ ਦੀ ਬਾਂਹ ਫੜੀ ਆ, ਜਿੱਦਾਂ ਤੁਸੀਂ ਉਹਨਾਂ ਦਾ ਬਹੁਤ ਸਾਥ ਨਿਭਾਇਆ ਵਾ, ਕਿਵੇਂ ਮਹਿਸੂਸ ਕਰਦੇ ਹੋ? ਪਹਿਲਾਂ ਤਾਂ ਉਹਨਾਂ ਦੇ ਹੌਸਲੇ ਦੀ ਜੇ ਗੱਲ ਕਰੀਏ ਕਿ ਇੱਕ ਮਹਿਲਾ ਜਿਹੜੀ ਉਹ ਐਂਬੂਲੈਂਸ ਚਲਾ ਰਹੀ ਹੈ, ਪੂਰੇ ਭਾਰਤ ਵਿੱਚ ਪਹਿਲੀ ਉਹ ਔਰਤ ਹੈ ਜੋ ਅਸੀਂ ਦੇਖੀਏ ਕਿ ਐਂਬੂਲੈਂਸ ਚਲਾ ਰਹੀ ਹੈ, ਕਿਵੇਂ ਦਾ ਲੱਗਦਾ ਤੁਹਾਨੂੰ ਇਹ ਦੇਖ ਕੇ? ਦੇਖੋ, ਮੈਂ ਤਾਂ ਕਦੇ, ਮੇਰੇ ਹਸਪਤਾਲ ਦੇ ਵਿੱਚ 80% ਇੰਪਲਾਈਜ਼ ਹੈ ਹੀ ਮਹਿਲਾ ਹੈਗੀਆਂ, ਜੋ ਯੰਗ ਕੁੜੀਆਂ ਹੈਗੀਆਂ, ਕਿਉਂਕਿ ਨਰਸਿੰਗ ਸਟਾਫ ਜਿਹੜਾ ਬੈਕਬੋਨ ਹੁੰਦਾ ਹਸਪੀਟਲ ਦੀ। ਸੋ ਮੇਰੇ ਕੋਲ ਆਈ ਸੀ 6-7 ਸਾਲ ਪਹਿਲਾਂ ਲਗਭਗ, ਉਦੋਂ ਨੌਕਰੀ ਲੈਣ ਲਈ। ਤੇ ਮੈਨੂੰ ਕਦੇ ਲੱਗਿਆ ਨਹੀਂ ਹੈ ਕਿ ਮਨਜੀਤ ਔਰਤ ਆ ਜਾਂ ਆਦਮੀ ਆ, ਠੀਕ ਹੈ ਨਾ, ਸਾਨੂੰ ਕਦੇ ਪ੍ਰੋਬਲਮ ਨਹੀਂ। ਦੇਖੋ ਨਾਈਟ ਡਿਊਟੀ 'ਤੇ ਆਈ ਆ ਹੁਣ, ਨਹੀਂ ਤਾਂ ਨਾਈਟ ਡਿਊਟੀ ਤੋਂ ਸਾਰੇ ਹੀ ਦੌੜਦੇ ਆ। ਜਿੱਦਾਂ ਜੇ ਇਹਨਾਂ ਦੀ ਗੱਲ ਕਰੀਏ ਕਿ ਬਹੁਤ ਕੁਝ ਸਹਿਆ ਇਹਨਾਂ ਨੇ, ਪਿੰਡੇ 'ਤੇ ਵੀ ਕਿੰਨਾ ਦਰਦ ਸਹਾਇਆ, ਤੇ ਜੋ ਵੀ ਇਹਨਾਂ ਦੇ ਨਾਲ ਵਾਪਰਿਆ ਬਹੁਤ ਦੁੱਖ ਲੱਗਦਾ ਉਹ ਸੁਣ ਕੇ। ਕਿੱਦਾਂ, ਕੀ ਕਹਿਣਾ ਚਾਹੋਗੇ ਸਮਾਜ ਬਾਰੇ ਕਿ ਇਹੋ ਜਿਹੇ ਲੋਕਾਂ ਦੀ ਕੀ ਸਜ਼ਾ ਹੋਣੀ ਚਾਹੀਦੀ ਆ? ਦੇਖੋ, ਸਜ਼ਾ ਲਈ ਤਾਂ ਕਾਨੂੰਨ ਬਣਿਆ ਹੋਇਆ ਆਪਣਾ, ਇਹ ਲੜ ਵੀ ਰਹੀ ਆ ਕਾਨੂੰਨ ਦੇ ਮੁਤਾਬਕ, ਠੀਕ ਹੈ। ਜੋ ਕਾਨੂੰਨ ਸਜ਼ਾ ਦਿੰਦਾ ਉਹਦੇ ਤਾਂ ਆਪਾਂ ਕਮੈਂਟ ਨਹੀਂ ਕਰ ਸਕਦੇ, ਪਰ ਜੇ ਅਜੇ ਸਮਾਜ ਦੇ ਤੌਰ 'ਤੇ ਦੇਖਿਆ ਜਾਏ ਤਾਂ ਸਮਾਜ ਨੂੰ ਔਰਤ ਤੇ ਆਦਮੀ ਦੇ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ, ਠੀਕ ਹੈ ਨਾ। ਦੋਨਾਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ। ਔਰ ਇਹ ਚੀਜ਼ਾਂ ਜਿਹੜੀਆਂ ਬਹੁਤ ਜਲਦੀ ਨਾਲ ਬਦਲ ਰਹੀਆਂ, ਪਿਛਲੇ 5-7 ਸਾਲ ਦੇ ਵਿੱਚ ਬਹੁਤ ਤੇਜ਼ੀ ਨਾਲ ਬਦਲ ਰਿਹਾ। ਕਿ ਨਾਲੇ ਭਾਰਤ ਸਰਕਾਰ ਦਾ ਤਾਂ ਕਾਨੂੰਨ ਆ ਕਿ ਔਰਤ ਦੇ ਵਿੱਚ ਤਾਂ ਬੰਦੇ ਦੇ ਵਿੱਚ ਵੇਜਸ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ, ਦੋਨਾਂ ਨੂੰ ਬਰਾਬਰ ਅਧਿਕਾਰ ਆ ਔਰ ਬਰਾਬਰ ਹੀ ਤਨਖਾਹ ਮਿਲਦੀ ਆ। ਜਿੱਦਾਂ ਇੱਕ ਚੀਜ਼ ਬਹੁਤ ਚੰਗੀ ਲੱਗੀ, ਜਿੱਦਾਂ ਤੁਸੀਂ ਇਹਨਾਂ ਦਾ ਸਾਥ ਦਿੱਤਾ ਵਾ, ਤੇ ਇਸ ਦੇ ਵਿੱਚ ਤੁਹਾਨੂੰ ਐਸਾ ਕੀ ਦਿਖਿਆ ਕਿ ਤੁਸੀਂ ਕਿਹਾ ਕਿ ਮੈਨੂੰ ਇਹਦਾ ਸਾਥ ਦੇਣਾ ਚਾਹੀਦਾ? ਇਹ ਦੇਖੋ, ਵੈਸੇ ਇੰਪਲਾਈ ਜੋ ਰਿਲੇਸ਼ਨ ਹੈ ਉਹ ਹੈ, ਮੇਰੀ ਬਹੁਤ ਚੰਗੀ ਇੰਪਲਾਈ ਆ, ਸੋ ਮੇਰਾ ਵੀ ਫਰਜ਼ ਬਣਦਾ ਲੁੱਕ ਆਫਟਰ ਕਰਨ ਨੂੰ। ਇਹ ਇਕੱਲੀ ਨਹੀਂ, ਜਿੰਨਾ ਕਿ ਮੈਂ ਸੋਸ਼ਲੀ ਕਿਸੇ ਦੀ ਮਦਦ ਕਰਦਾ, ਮੈਂ ਤਕਰੀਬਨ ਸਾਰੇ ਇੰਪਲਾਈਜ਼ ਦੀ ਕਰਦਾ, ਕਦੇ ਇਸ ਤਰ੍ਹਾਂ ਸੋਚਿਆ ਨਹੀਂ ਹੈ। ਕਿਉਂਕਿ ਮੈਂ ਵੀ ਉੱਥੋਂ ਉਸ ਮਿੱਟੀ ਤੋਂ ਉੱਠ ਕੇ ਆਇਆ ਜਿੱਥੇ ਸ਼ਾਇਦ ਸਾਡੇ ਲਈ ਰੋਜ਼ ਸਟਰਗਲ ਹੁੰਦੀ ਸੀ, 5 ਰੁਪਏ ਵੀ ਮੈਟਰ ਕਰਦੇ ਸੀਗੇ, ਪਰ ਹੁਣ ਵਾਹਿਗੁਰੂ ਦਾ ਬਹੁਤ ਕੁਛ ਹੈ। ਸ਼ੁਕਰੀਆ ਬਹੁਤ ਬਹੁਤ ਗੱਲਬਾਤ ਕਰਨ ਲਈ, ਤੇ ਬਹੁਤ ਚੰਗਾ ਲੱਗਿਆ ਕਿ ਐਸੇ ਇਨਸਾਨ ਹਜੇ ਵੀ ਜਿਹੜੇ ਦੁਨੀਆ ਤੇ ਹੈਗੇ ਨੇ ਜੋ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ। ਅਸੀਂ ਹੋਰ ਖਬਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਪੰਜਾਬ ਨਿਊਜ਼। ਸਤਿ ਸ਼੍ਰੀ ਅਕਾਲ।